प्रधान मंत्री साहब ने कहा कि ਭਾਰਤ इस गल ਦੇ ਸਮਰੱਥ ਹੈਗਾ कि वह किसी ਨੂੰ जवाब दे सकता है। ਅਸੀਂ ਇਹ ਕਹਿੰਦੇ ਆ कि ਇਹ ਨੌਬਤ ਆਵੇ ही क्यों। ਸਾਡੇ ਦੇਸ਼ ਦੀਆਂ ਰਾਜਨੀਤੀਆਂ ਇੰਨੀਆਂ ਗੰਦੀਆਂ ਹੁੰਦੀਆਂ ਨੇ ਕਿ ਉਹ ਮਾਵਾਂ ਦੇ ਪੁੱਤ ਬਾਰਡਰਾਂ ਤੇ ਮਰਵਾ ਦਿੰਦੇ ਨੇ। ਇਹ ਕੋਈ ਤਰੀਕਾ ਥੋੜਾ ਹੈ ਜੀ ਵੀ ਇਧਰੋਂ ਜ਼ਿਆਦਾ ਲੰਘਦੇ ਨੇ ਦੁਸ਼ਮਣ ਤੇ ਉਧਰੋਂ ਘੱਟ ਲੰਘਦੇ ਨੇ। ਕਾਰਨ ਕੀ ਇਹ ਪੰਜਾਬ ਨੂੰ ਬਰਬਾਦ ਕਰਨ ਦੀਆਂ ਨਿਸ਼ਾਨੀਆਂ ਤਾਂ ਨਹੀਂ। 6 ਸਾਲ ਹੋ ਗਏ ਇਹਨੂੰ ਮਨ ਕੀ ਬਾਤ ਕਰਦਿਆਂ ਨੂੰ ਇਸ਼ੂ ਰੂਮਾਂ 'ਚ ਬੈਠ ਕੇ ਕਹਿ ਰਹੇ ਹਨ ਕਿ ਹਾਂ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਣੀ ਜਾਣ ਦੇਣਗੇ, ਕਿਉਂਕਿ ਮਰਨਾ ਤਾਂ ਬਗਾਨੇ ਪੁੱਤਾਂ ਨੇ ਆ, ਇਹਨਾਂ ਨੇ ਤਾਂ ਕਫਨਾਂ ਵਿੱਚੋਂ ਹੀ ਪੈਸੇ ਖਾ ਲੈਣੇ। ਸਰਹੱਦਾਂ ਦੇ ਉੱਤੇ ਨਾ ਨਰਿੰਦਰ ਮੋਦੀ ਨੇ ਸ਼ਹਾਦਤ ਦੇਣੀ ਹੈ, ਨਾ ਕਿਸੇ ਦੇਸ਼ ਦੇ ਹੋਰ ਸਿਆਸੀ ਲੋਕ ਨੇ ਸ਼ਹਾਦਤ ਦੇਣੀ ਹੈ। ਤੇਲ ਬਾਰੇ ਗੱਲ ਕਰਦੇ ਆ, ਪੈਟਰੋਲ ਬਾਰੇ ਗੱਲ ਕਰਦੇ ਆ, ਜਿਹੜਾ ਰੁਪਈਏ ਦਾ ਵੈਲਿਊ ਡਾਊਨ ਹੋਈ ਆ ਉਹਦੇ ਬਾਰੇ ਗੱਲ ਕਰਦੇ ਆ, ਪਰ ਹੁਣ ਸਾਰਾ ਕੁਝ ਭੁੱਲ ਗਿਆ। ਸਭ ਨੂੰ ਇਹ ਗੱਲ ਪਤਾ ਹੈ ਕਿ ਇਹ ਕੋਈ ਐਸੀ ਲੜਾਈ ਨਹੀਂ ਸੀ, ਸਾਰਾ ਕੁਝ ਜਿਹੜਾ ਉਹ ਸਭ ਕੁਝ ਰਾਜਨੀਤੀ ਦੀ ਭੇਟ ਚੜ ਗਿਆ। ਜੇ ਸਾਡੀ ਆਬਾਦੀ ਸੀਮਤ ਹੁੰਦੀ, ਜਿੱਥੋਂ ਤੱਕ ਅਸੀਂ ਆਪਣਾ ਬਜਟ ਲੈ ਗਏ ਹਾਂ, ਤਾਂ ਅੱਜ ਜਿਵੇਂ ਅਮਰੀਕਾ ਦਾ ਜਿਹੜਾ ਬਜਟ ਹੈ ਜਾਂ ਚੀਨ ਦਾ ਬਜਟ ਹੈ, ਉਹ ਸਾਡੇ ਮੁਕਾਬਲੇ ਫੌਜਾਂ ਦੇ ਉੱਤੇ, ਰੱਖਿਆ ਦੇ ਉੱਤੇ ਕਈ ਗੁਣਾ ਵੱਧ ਹੈ। ਅਮਿਤ ਸ਼ਾਹ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲੋਂ ਨਾਲ ਹੋ ਕੇ ਚੱਲਦੇ ਆ ਕਿ ਅਸੀਂ ਸਾਂਝੇ ਰੂਪ 'ਚ ਕੰਮ ਕਰਨਾ ਹੈ, ਸਾਂਝੇ ਰੂਪ ਦੇ ਵਿੱਚ ਇਸ ਮਹਾਮਾਰੀ ਦਾ ਟਾਕਰਾ ਕਰਨਾ ਹੈ। ਫਿਰ ਜੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ, ਉਸ ਵੇਲੇ 2 ਕੁਰਸੀਆਂ ਹੋਰ ਢਾਹ ਦਿੱਤੀਆਂ ਜਾਂਦੀਆਂ, ਉਹਨਾਂ ਦੇ ਬੰਦੇ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦੇ। ਪੰਜਾਬ ਦੇ ਵਿੱਚ ਬੈਂਸ ਭਰਾਵਾਂ ਨੂੰ ਨਹੀਂ ਬੁਲਾਇਆ। ਭਾਵ ਅਸੀਂ ਇਹਨਾਂ ਦੇ ਉੱਤੇ ਵੀ ਰਾਜਨੀਤੀ ਕਰ ਰਹੇ ਹਾਂ, ਪੈਰ ਪੈਰ ਤੇ ਰਾਜਨੀਤੀ ਹੈ। ਇਸ ਕਰਕੇ ਅਸੀਂ ਬਾਰ-ਬਾਰ ਜਦੋਂ ਫਸ ਜਾਂਦੇ ਹਾਂ ਤਾਂ ਉਹਨਾਂ ਮੁੱਦਿਆਂ ਤੋਂ ਦੂਜੇ ਪਾਸੇ ਲਿਜਾਣ ਦੇ ਖਾਤਰ ਦੇਸ਼ ਦਾ ਜਿਹੜਾ ਧਿਆਨ ਬਦਲ ਦਿੱਤਾ ਜਾਂਦਾ ਹੈ। ਹੁਣ ਕੈਪਟਨ ਸਾਹਿਬ ਇੰਨੇ ਫਸੇ ਹੋਏ ਕਿ ਜੇ ਮਾੜੀ ਜਿਹੀ ਕੁਰਸੀ ਦਿਖਾਉਂਦੇ ਤਾਂ ਮਨ ਕੀ ਬਾਤ ਨੇ ਚੁੱਕ ਕੇ ਅੰਦਰ ਕਰ ਦੇਣਾ ਤੇ ਇਸ ਕਰਕੇ ਪਾਣੀ ਦਾ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ। ਇੱਥੋਂ ਤੁਸੀਂ ਦੇਖੋ ਕਿ ਜਿਹੜੀ ਬਿਊਰੋਕ੍ਰੇਸੀ ਹੈ ਉਹ ਕਿੱਥੋਂ ਤੱਕ ਭਾਰੀ ਹੋਈ ਵੀ ਹੈ, ਅਫਸਰਸ਼ਾਹੀ ਲਾਲ ਪੀਤਾਸ਼ਾਹੀ ਭਾਰੀ ਹੋਈ ਵੀ ਹੈ। ਵਿਸ਼ਵ ਪੱਧਰ ਤੇ ਇਸ ਚੀਜ਼ ਨੂੰ ਵੇਖਿਆ ਜਾ ਰਿਹਾ ਹੈ, ਇਸ ਚੀਜ਼ ਨੂੰ ਖੰਗਾਲਿਆ ਜਾ ਰਿਹਾ ਹੈ ਕਿ ਇਹ ਵਾਇਰਸ ਹੈ, ਜਾਨਲੇਵਾ ਹੈ, ਤੁਹਾਨੂੰ ਨੁਕਸਾਨ ਪਹੁੰਚਾ ਸਕਦਾ, ਤੁਹਾਡੇ ਪੂਰੇ ਪਰਿਵਾਰ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਸਕਦਾ, ਪਰ ਫਿਰ ਵੀ ਜਿਹੜੇ ਲੋਕ ਹੈ ਉਹ ਸਮਝਣ ਨੂੰ ਤਿਆਰ ਨਹੀਂ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਗੱਲ ਕਰਦੇ ਨੇ ਕਿ ਤੁਸੀਂ ਜਦੋਂ ਮਰਜ਼ੀ ਮੇਰੇ ਨਾਲ ਕਾਲ ਕਰਕੇ ਗੱਲ ਕਰ ਲਿਓ। ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਇਹ ਪੁੱਛ ਲਓ ਵੀ ਕਦੇ ਕਿਸੇ ਮੰਤਰੀ ਨੂੰ ਤੁਸੀਂ ਦਿੱਤਾ? ਐਮਐਲਏ ਤੁਹਾਡੇ ਕਹਿ ਰਹੇ ਨੇ ਕਿ ਮਤਲਬ ਸਾਨੂੰ ਮਿਲਣ ਦਾ ਸਮਾਂ ਨਹੀਂ, ਸਾਨੂੰ ਸਾਡੀ ਗੱਲ ਸੁਣਨ ਦਾ ਸਮਾਂ ਨਹੀਂ। ਇੱਕ ਉਂਗਲ ਜਦੋਂ ਦੂਜੇ ਪਾਸੇ ਨੂੰ ਕਰਦੇ ਆ, ਜਿਹੜੀਆਂ 3 ਉਂਗਲਾਂ ਸਾਡੇ ਵਾਲੇ ਪਾਸੇ ਨੂੰ ਨੇ, ਉਹਨਾਂ ਨੂੰ ਦੇਖਣ ਦਾ ਅਸੀਂ ਯਤਨ ਨਹੀਂ ਕਰਦੇ। ਜੇ ਅਸੀਂ ਇਤਿਹਾਸ ਨਾ ਵਰਤਿਆ ਤਾਂ ਅੱਜ 1 ਕਰੋੜ ਹੈ, 1 ਮਹੀਨੇ ਬਾਅਦ ਇਹੀ ਗਿਣਤੀ 2 ਕਰੋੜ ਹੋਵੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਤਾਲੀਵਾਲ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਸਾਡਾ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹੈ ਜੀ ਲਾਈਵ। ਅਸੀਂ ਰੱਖਦੇ ਹੁੰਦੇ ਹਾਂ ਕੁਝ ਐਸੀਆਂ ਖਬਰਾਂ ਜਿਹੜੀਆਂ ਸਾਡੇ ਨਾਲ, ਤੁਹਾਡੇ ਨਾਲ, ਸਾਡੇ ਸਮਾਜ ਦੇ ਨਾਲ, ਰਾਜਨੀਤੀ ਦੇ ਨਾਲ ਤੇ ਧਾਰਮਿਕ ਮੁੱਦਿਆਂ ਦੇ ਨਾਲ ਸੰਬੰਧਿਤ ਹੁੰਦੀਆਂ ਨੇ। ਉਹਨਾਂ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਬਣਾਉਂਦੇ ਹੋ, ਜਿਸ ਦੇ ਲਈ ਨੰਬਰ ਹੈ ਜਿਹੜੇ ਲਗਾਤਾਰ ਸਕਰੀਨ ਤੇ ਫਲੈਸ਼ ਹੋ ਰਹੇ ਨੇ ਜੀ। ਇੱਕ ਵਾਰ ਨੰਬਰ ਤੁਹਾਨੂੰ ਮੈਂ ਵੀ ਦੱਸ ਦਿੰਦੀ ਹਾਂ, 888 923 2656। ਇਹ ਉਹ ਨੰਬਰ ਹੈ ਜਿਸ ਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਬੈਠੇ ਹੋ ਸਾਡੇ ਨਾਲ ਡਾਇਰੈਕਟ ਸਟੂਡੀਓ ਦੇ ਵਿੱਚ ਫੋਨ ਕਰ ਸਕਦੇ ਹੋ। ਤੇ ਇੱਕ ਨੰਬਰ ਹੈ ਪੰਜਾਬ ਤੇ ਭਾਰਤ ਵਾਸੀਆਂ ਦੇ ਲਈ, ਉਹ ਹੈਗਾ ਜੀ 0175 5000 ਪੂਰਾ 156। ਇਸ ਨੰਬਰ ਤੇ ਤੁਸੀਂ ਕਾਲ ਹੈ ਜਿਹੜੀ ਪਟਿਆਲਾ ਸਟੂਡੀਓ ਦੇ ਵਿੱਚ ਡਾਇਰੈਕਟ ਕਰ ਸਕਦੇ ਹੋ ਤੇ ਸਾਡੇ ਨਾਲ ਆਪਣਾ ਰਾਬਤਾ ਜਿਹੜਾ ਉਹ ਬਣਾ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਕੁਝ ਕੁ ਐਸੇ ਮਸਲੇ ਨੇ ਜਿਵੇਂ ਕਿ ਮਨ ਕੀ ਬਾਤ ਮੋਦੀ ਸਾਹਿਬ ਨੇ ਕੀਤੀ, ਤਾਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਕਿਤੇ ਨਾ ਕਿਤੇ ਲਾਈਵ ਹੋਏ, ਕੁਝ ਵੀਡੀਓਜ਼ ਉਹਨਾਂ ਨੇ ਸ਼ੇਅਰ ਕੀਤੀਆਂ, ਜਾਂ ਮਰਹੂਮ ਜਿਹੜੇ ਬੇਅੰਤ ਸਿੰਘ ਨੇ ਉਹਨਾਂ ਦੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉਹਨੂੰ ਖਾਲੀ ਕਰਵਾ ਲਿਆ ਗਿਆ, ਜਾਂ ਬਹੁਤ ਸਾਰੀਆਂ ਐਸੀਆਂ ਹੋਰ ਖਬਰਾਂ ਨੇ ਅਕਾਲੀ ਦਲ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ, ਆਮ ਆਦਮੀ ਪਾਰਟੀ ਨੂੰ ਲੈ ਕੇ, ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਨ੍ਹਾਂ ਦੇ ਨਾਲ ਵਿਸਤਾਰਪੂਰਵਕ ਬਜਣਗੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਜਸਪਾਲ ਸਿੰਘ ਢਿੱਲੋਂ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜਸਪਾਲ ਜੀ ਸਵਾਗਤ ਹੈ। ਬਹੁਤ ਮਿਹਰਬਾਨੀ ਜੀ। ਤੇ ਅੱਜ ਦੀ ਜਿਹੜੀ ਅਹਿਮ ਤੇ ਪਹਿਲੀ ਖਬਰ ਉਹ ਇਹੀ ਰਹੇਗੀ ਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਜਦੋਂ ਵੀ ਤੁਸੀਂ ਕਾਲ ਕਰਨੀ ਹੈ ਉਦੋਂ ਤੁਸੀਂ ਆਪਣੀ ਟੈਲੀਵਿਜ਼ਨ ਦੀ ਆਵਾਜ਼ ਹੈ ਜਿਹੜੀ ਉਹ ਘਟਾ ਦੇਣੀ ਹੈ, ਕਿਉਂਕਿ
ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਣ ਦੇ ਲਈ 2 ਤੋਂ 3 ਸੈਕਿੰਡ ਦਾ ਟਾਈਮ ਲੱਗ ਜਾਂਦਾ। ਤੁਸੀਂ ਪਹਿਲਾਂ ਉਹ ਤੋਂ ਸੁਣਦੇ ਹੋ, ਫਿਰ ਤੁਸੀਂ ਫੋਨ ਤੇ ਗੱਲਬਾਤ ਕਰਦੇ ਹੋ। ਇਸ ਲਈ ਤੁਸੀਂ ਡਾਇਰੈਕਟ ਸਾਡੇ ਨਾਲ ਰਾਬਤਾ ਬਣਾ ਕੇ ਫੋਨ ਤੇ ਹੀ ਗੱਲਬਾਤ ਕਰਿਆ ਕਰੋ, ਟੈਲੀਵਿਜ਼ਨ ਦੇ ਥਰੂ ਸਾਡੇ ਨਾਲ ਗੱਲ ਨਾ ਕਰਿਆ ਕਰੋ। ਸੋ ਦਰਸ਼ਕ ਹੈ ਜਿਹੜੇ ਸਾਡੇ ਵੈਸੇ ਵੀ ਬੜੇ ਸਿਆਣੇ ਨੇ, ਸੋ ਕੁਝ ਕੁ ਗੱਲਾਂ ਹੁੰਦੀਆਂ ਨੇ ਟੈਕਨੀਕਲੀ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਆਪਾਂ ਨੂੰ, ਜਿਹਦੇ ਨਾਲ ਆਪਣੀ ਗੱਲਬਾਤ ਨਹੀਂ ਹੋ ਪਾਉਂਦੀ। ਸੋ ਅੱਜ ਦੀ ਜਿਹੜੀ ਪਹਿਲੀ ਖਬਰ ਹੈ ਉਹ ਹੈਗੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕਿ ਉਹਨਾਂ ਨੇ ਮਨ ਕੀ ਬਾਤ ਕੀਤੀ, ਉਹਨਾਂ ਨੇ ਲਦਾਖ ਦੀ ਗੱਲ ਕੀਤੀ, ਉਹਨਾਂ ਨੇ ਸਾਡੇ ਸ਼ਹੀਦ ਹੋਏ 20 ਫੌਜੀ ਜਵਾਨਾਂ ਦੀ ਗੱਲ ਕੀਤੀ। ਵੀ ਨਹੀਂ ਹੁਣ ਤਾਂ 21 ਹੋ ਗਏ ਨੇ ਜੀ, ਕਿ ਹੁਣ ਇੱਕ ਹੋਰ ਪਟਿਆਲੇ ਦੇ ਜਿਹੜੇ ਮਰਦਾ ਖੇੜੀ ਦਾ ਇੱਕ ਨੌਜਵਾਨ 23 ਸਾਲਾ ਗੱਭਰੂ ਜਿਹੜਾ ਉਹ ਵੀ ਉੱਥੇ ਸ਼ਹੀਦ ਹੋ ਗਿਆ। ਸੋ ਇਹਨਾਂ ਸਾਰਿਆਂ ਦੀਆਂ ਗੱਲਾਂ ਕੀਤੀਆਂ ਨੇ ਤੇ ਕੁਝ ਹੋਰ ਵੀ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਨੇ, ਜਿਸ ਦੀ ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਵਧਾਂਗੇ ਜਸਪਾਲ ਸਿੰਘ ਢਿੱਲੋਂ ਵੱਲ। ਢਿੱਲੋਂ ਸਾਹਿਬ, ਕੀ ਕਹਿਣਾ ਤੁਹਾਡਾ ਮੋਦੀ ਦੀ ਮਨ ਕੀ ਬਾਤ ਤੇ? ਦੇਖੋ, ਪ੍ਰਧਾਨ ਮੰਤਰੀ ਜਦੋਂ ਤੋਂ ਇਸ ਕੁਰਸੀ ਤੇ ਸੁਸ਼ੋਭਿਤ ਹੋਏ ਨੇ ਉਹ ਮਨ ਕੀ ਬਾਤ ਪ੍ਰੋਗਰਾਮ ਲੋਕਾਂ ਦੇ ਨਾਲ ਸਾਂਝਾ ਕਰਦੇ ਨੇ ਜੀ। ਜਦੋਂ ਵੀ ਕੋਈ ਗੱਲ ਕਰਦੇ ਨੇ ਉਹਨਾਂ ਦੀਆਂ ਇਹ ਨਹੀਂ ਹੈ ਕਿ ਉਹਨਾਂ ਦੀ ਗੱਲ ਦੇ ਨਾਲ ਸਾਰੇ ਬੰਦੇ 100% ਸਹਿਮਤ ਹੋਣ, ਪਰ ਕਿਉਂਕਿ 135 ਕਰੋੜ ਲੋਕਾਂ ਦਾ ਪ੍ਰਧਾਨ ਮੰਤਰੀ ਹੈ, ਸਾਡਾ ਪ੍ਰਧਾਨ ਮੰਤਰੀ ਹੈ, ਸਾਡੇ ਲੱਖ ਮਤਭੇਦ ਹੋਣ, ਅਸੀਂ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਪਰ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਹੈ ਕਿਉਂਕਿ ਲੋਕਾਂ ਨੇ ਚੁਣਿਆ, ਭਾਵੇਂ ਜਿਹੜੀ ਤਰੀਕਾ ਜੋ ਮਰਜ਼ੀ ਹੋਵੇ। ਉਹਨਾਂ ਨੇ ਕੱਲ੍ਹ ਇਹ ਗੱਲ ਕਹੀ ਹੈ ਕਿ ਜਿਹੜਾ ਲਦਾਖ ਹੈ ਉਹ ਜਿੱਥੇ ਜਿਹੜੀ ਗਲਵਾਨ ਘਾਟੀ ਹੈ, ਇਹ ਸਾਰੇ ਦਾ ਸਾਰਾ ਜਿਹੜਾ ਖੇਤਰ ਹੈ ਇਹ ਸਾਡਾ ਹੈ, ਇਹ ਸਾਡਾ ਹਿੱਸਾ ਹੈ ਅਤੇ ਸਾਡੇ ਮੁਤਾਬਕ ਹੈ, ਅਸੀਂ ਉੱਥੇ ਹਾਂ। ਮੈਂ ਇਹ ਸਮਝਦਾ ਕਿ ਜਿਹੜੀਆਂ ਉਹਨਾਂ ਨੇ ਕੱਲ੍ਹ ਕੁਝ ਗੱਲਾਂ ਕਹੀਆਂ ਕਿ ਚੀਨ ਨੂੰ ਅਸੀਂ ਕਰਾਰਾ ਜਵਾਬ ਦੇ ਦਿੱਤਾ, ਦੇਸ਼ ਦੇ 21 ਨੌਜਵਾਨ ਜਿਹੜੇ ਇਸ ਆਪਣਾ ਸਰਹੱਦ ਦੇ ਉੱਤੇ ਤਾਇਨਾਤ ਸਨ, 21 ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਗਏ, ਜਿਹਦੇ ਵਿੱਚੋਂ 5 ਪੰਜਾਬ ਨਾਲ ਸੰਬੰਧਿਤ ਨੇ। ਇਹਦਾ ਮਤਲਬ ਕਿਤੇ ਨਾ ਕਿਤੇ ਜਾ ਕੇ 25% ਜਿਹੜੀ ਕੁਰਬਾਨੀ ਹੈ ਉਹ ਪੰਜਾਬੀਆਂ ਨੇ ਦਿੱਤੀ, ਜਦ ਕਿ ਭਰਤੀ 2% ਹੈ। ਜਿਹੜਿਆਂ ਦੀ ਭਰਤੀ ਵੱਧ ਕੀਤੀ ਵੀ ਆ ਉਹਨਾਂ ਨੂੰ ਵੀ ਸਰਹੱਦ 'ਤੇ ਭੇਜਿਆ ਜਾਵੇ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਸਾਡੇ ਜਿਹੜੇ ਸੰਬੰਧ ਨੇ ਉਹ ਸੁਖਾਵੇਂ ਹੋਣੇ ਚਾਹੀਦੇ ਨੇ। ਜਿੰਨੇ ਸੰਬੰਧ ਸੁਖਾਵੇਂ ਹੋਣਗੇ ਉਨਾ ਹੀ ਅਸੀਂ ਵਿਕਾਸ ਦੇ ਰਾਹ ਵੱਲ ਤੁਰਾਂਗੇ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਭਾਰਤ ਇਸ ਗੱਲ ਦੇ ਸਮਰੱਥ ਹੈਗਾ ਕਿ ਉਹ ਕਿਸੇ ਨੂੰ ਜਵਾਬ ਦੇ ਸਕਦਾ ਹੈ। ਅਸੀਂ ਇਹ ਕਹਿੰਦੇ ਹਾਂ ਕਿ ਇਹ ਨੌਬਤ ਆਵੇ ਹੀ ਕਿਉਂ। ਤੁਸੀਂ ਹਥਿਆਰਾਂ ਦੇ ਉੱਤੇ ਜਿੰਨਾ ਜੇ ਸੰਬੰਧ ਚੰਗੇ ਹੋਣਗੇ ਤਾਂ ਹਥਿਆਰਾਂ 'ਤੇ ਉਹ ਪੈਸੇ ਨਹੀਂ ਖਰਚਣੇ ਪੈਣਗੇ ਜਿਹੜੇ ਸਾਨੂੰ ਖਰਚਣੇ ਪੈ ਰਹੇ ਨੇ। ਜੇ ਉਹੀ ਪੈਸਾ ਅਸੀਂ ਦੇਸ਼ ਦੇ ਵਿਕਾਸ ਵੱਲ ਲਾਈਏ, ਇਹ ਵਿਕਾਸਸ਼ੀਲ ਦੇਸ਼ ਹੈ, ਜਿਹੜੇ ਵਿਕਸਿਤ ਦੇਸ਼ ਨੇ ਉਹ ਸਾਤੋਂ ਕਿਤੇ ਅੱਗੇ ਨੇ। ਭਾਰਤ ਲਗਾਤਾਰ ਵਿਕਾਸ ਵੱਲ ਜਾ ਰਿਹਾ ਹੈ। ਭਾਰਤ ਦੇ ਹੁਕਮਰਾਨਾਂ ਨੇ ਇਸ ਨੂੰ ਉਸ ਸਥਿਤੀ ਨੂੰ ਨਹੀਂ ਗੌਲਿਆ ਕਿ ਇਸ ਦੀ ਜਿਹੜੀ ਆਬਾਦੀ ਆ ਉਹ ਤੇਜ਼ੀ ਨਾਲ ਵਧੀ। ਜੇ ਸਾਡੀ ਆਬਾਦੀ ਸੀਮਤ ਹੁੰਦੀ, ਜਿੱਥੋਂ ਤੱਕ ਅਸੀਂ ਆਪਣਾ ਬਜਟ ਲੈ ਗਏ ਹਾਂ, ਤਾਂ ਅੱਜ ਜਿਵੇਂ ਅਮਰੀਕਾ ਦਾ ਜਿਹੜਾ ਬਜਟ ਹੈ ਜਾਂ ਚੀਨ ਦਾ ਬਜਟ ਹੈ ਉਹ ਸਾਡੇ ਮੁਕਾਬਲੇ ਫੌਜਾਂ ਦੇ ਉੱਤੇ, ਰੱਖਿਆ ਦੇ ਉੱਤੇ ਕਈ ਗੁਣਾ ਵੱਧ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਕਿ ਸਾਰਾ ਦੇਸ਼ ਇਕਜੁੱਟ ਹੈ। ਅਸੀਂ ਵੀ ਕਹਿੰਦੇ ਹਾਂ ਇਕਜੁੱਟ ਹੈ। ਇਸ ਇਸ਼ੂ ਦੇ ਉੱਤੇ ਸਾਰਿਆਂ ਨੂੰ ਖੜਨਾ ਵੀ ਚਾਹੀਦਾ, ਜਿੱਥੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸਵਾਲ ਹੋਵੇ, ਸਰਹੱਦਾਂ ਦੀ ਰਾਖੀ ਦਾ ਸਵਾਲ ਹੋਵੇ, ਉਹ ਸਾਰੇ ਦਾ ਸਾਰਾ ਇਕਜੁੱਟ ਹੈ। ਪਰ ਅਜਿਹੀ ਸਥਿਤੀ ਦੇ ਵਿੱਚ ਵੀ ਅਸੀਂ ਰਾਜਨੀਤੀ ਨਾ ਕਰੀਏ, ਸਗੋਂ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਸਰਬ ਪਾਰਟੀ ਮੀਟਿੰਗ ਪ੍ਰਧਾਨ ਮੰਤਰੀ ਸਾਹਿਬ ਬੁਲਾਉਂਦੇ ਨੇ ਤਾਂ ਦਿੱਲੀ ਦੇ ਵਿੱਚ ਹੀ ਬੈਠੀ ਇੱਕ ਪਾਸੇ ਕਰੋਨਾ ਮਹਾਮਾਰੀ ਦੇ ਵਿੱਚ ਅਮਿਤ ਸ਼ਾਹ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲੋਂ ਨਾਲ ਹੋ ਕੇ ਚੱਲਦੇ ਆ ਕਿ ਅਸੀਂ ਸਾਂਝੇ ਰੂਪ 'ਚ ਕੰਮ ਕਰਨਾ ਹੈ, ਸਾਂਝੇ ਰੂਪ ਦੇ ਵਿੱਚ ਇਸ ਮਹਾਮਾਰੀ ਦਾ ਟਾਕਰਾ ਕਰਨਾ ਹੈ। ਫਿਰ ਜੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਂਦੀ ਹੈ, ਉਸ ਵੇਲੇ 2 ਕੁਰਸੀਆਂ ਹੋਰ ਢਾਹ ਦਿੱਤੀਆਂ ਜਾਂਦੀਆਂ, ਉਹਨਾਂ ਦੇ ਬੰਦੇ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦੇ। ਹੋਣਾ ਤਾਂ ਵੀਡੀਓ ਕਾਨਫਰੰਸਿੰਗ ਰਾਹੀਂ ਸੀ ਨਾ, ਕੋਈ ਕਿਸੇ ਹਾਲ ਦੇ ਵਿੱਚ ਤਾਂ ਬੈਠਣਾ ਨਹੀਂ ਸੀ। ਉਹਨਾਂ ਨੇ ਇਹਨਾਂ ਨੂੰ ਨਹੀਂ ਬੁਲਾਇਆ। ਇਸੇ ਤਰ੍ਹਾਂ ਪੰਜਾਬ ਦੀ ਮੀਟਿੰਗ ਹੋਈ, ਪੰਜਾਬ ਦੇ ਵਿੱਚ ਬੈਂਸ ਭਰਾਵਾਂ ਨੂੰ ਨਹੀਂ ਬੁਲਾਇਆ। ਭਾਵ ਅਸੀਂ ਇਹਨਾਂ ਦੇ ਉੱਤੇ ਵੀ ਰਾਜਨੀਤੀ ਕਰ ਰਹੇ ਹਾਂ, ਪੈਰ ਪੈਰ ਤੇ ਰਾਜਨੀਤੀ ਹੈ। ਅੱਜ ਦੇਸ਼ ਚਾਰੇ ਪਾਸਿਓਂ ਉਲਝਿਆ ਪਿਆ ਹੈ। ਨੇਪਾਲ ਨੇ ਵੀ ਆਪਣੀਆਂ ਸਰਹੱਦਾਂ ਦੇ ਉੱਤੇ ਫੌਜ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਗੱਲਾਂ ਕੱਲ੍ਹ ਗਿਣਾਈਆਂ,
ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਵੱਲ ਕੋਈ ਅੱਖ ਚੱਕ ਕੇ ਨਹੀਂ ਦੇ ਸਕਦਾ। ਜੇ ਕੋਈ ਦੇਸ਼ ਵੱਲ ਅੱਖ ਚੱਕ ਕੇ ਦੇਖੇਗਾ ਤਾਂ ਅਸੀਂ ਸਮਰੱਥ ਹੈਗੇ ਹਾਂ ਉਸ ਨੂੰ ਕਾਬੂ ਕਰਨ ਦੇ ਉੱਤੇ, ਉਹਦੇ ਕਾਬੂ ਪਾਉਣ ਦੇ। ਮੈਂ ਇਹ ਸਮਝਦਾ ਕਿ ਜਦੋਂ ਯੁੱਧ ਹੁੰਦੇ ਨੇ, ਹੁਣ ਯੁੱਧ ਦੇ ਵਿੱਚ ਪੁਰਾਣੀਆਂ ਸਥਿਤੀਆਂ ਨਹੀਂ ਹੋਣੀਆਂ। ਚੀਨ ਦੇ ਕੋਲ ਵੀ ਪਰਮਾਣੂ ਹਥਿਆਰ ਹੈ, ਭਾਰਤ ਦੇ ਕੋਲ ਵੀ ਪਰਮਾਣੂ ਹਥਿਆਰ ਹੈ, ਪਾਕਿਸਤਾਨ ਕੋਲ ਵੀ ਪਰਮਾਣੂ ਹਥਿਆਰ ਨੇ। ਜਿਹੜੇ 7 ਸਮੁੰਦਰੋਂ ਪਾਰ ਬਾਰੇ ਮੋਦੀ ਸਾਹਿਬ ਦੇ ਜਿਹੜੇ ਮਿੱਤਰ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਇੱਥੋਂ ਤੱਕ ਪਹੁੰਚ ਜਾਵਾਂਗੇ, ਉਹਨਾਂ ਨੇ ਜਦੋਂ ਨੂੰ ਆਉਣਾ ਇਹ ਬਿਲਕੁਲ ਗੁਆਂਢ ਹੈ। ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣਾ ਚਾਹੀਦਾ ਹੈ। ਸਰਹੱਦ ਦੇ ਉੱਤੇ ਜੋ ਤਣਾਅ ਹੋਇਆ ਇਹ ਤਣਾਅ ਘਟਾਉਣਾ ਚਾਹੀਦਾ ਹੈ। ਤਣਾਅ ਘਟਾ ਕੇ ਸਾਡੀ ਮਤਲਬ ਜਿਹੜੀ ਦੋਨਾਂ ਪਾਸੋਂ ਦਵੱਲੀ ਮੀਟਿੰਗ ਹੋ ਰਹੀਆਂ ਨੇ, ਗੱਲਬਾਤ ਵੀ ਚੱਲ ਰਹੀ ਹੈ। ਉਹਨਾਂ ਦੇ ਰਾਸ਼ਟਰਪਤੀ ਸੀ ਚਿੰਗਪਿੰਗ ਇੱਥੇ ਆਏ, ਮੋਦੀ ਸਾਹਿਬ ਨੇ ਉਹਨਾਂ ਨੂੰ ਝੂਲੇ ਚਲਾਏ, ਹੋਰ ਬੜਾ ਕੁਝ ਕੀਤਾ। ਚੰਗਾ ਉਹਨਾਂ ਨਾਲ ਕਿਹੜੀਆਂ ਗੱਲਾਂ ਬਾਤਾਂ ਕੀਤੀਆਂ। ਚੰਗਾ ਇਸ ਗੱਲ ਦਾ ਸੀ ਨਵਦੀਪ ਕਿ ਉਹਨਾਂ ਦੇ ਨਾਲ ਮਿਲ ਕੇ ਹੁਣ ਤਾਂ ਜਿਹੜਾ ਕਮਿਊਨੀਕੇਸ਼ਨ ਦਾ, ਸੰਚਾਰ ਦਾ ਸਾਧਨ ਬਹੁਤ ਪੈਦਾ ਹੋ ਗਏ ਨੇ। ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਦੇ ਰਾਸ਼ਟਰਪਤੀ ਦੇ ਨਾਲ, ਉਹਨਾਂ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਸਾਡੇ ਦਵੱਲੇ ਸਬੰਧਾਂ ਦੇ ਵਿੱਚ ਕਿੰਨਾ ਕਾਰਨਾਂ ਕਰਕੇ ਕੁੜੱਤਣ ਆਈ ਹੈ। ਜਦੋਂ ਸਮਝੌਤੇ ਹੁੰਦੇ ਨੇ ਤਾਂ ਕੁਝ ਦੇਣਾ ਪੈਂਦਾ, ਕੁਝ ਛੱਡਣਾ ਪੈਂਦਾ। ਇਸ ਕਰਕੇ ਅਸੀਂ ਇਸ ਮੰਚ ਤੋਂ ਇਹ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਤੁਸੀਂ ਅਗਲੀ ਵਾਰੀ ਮਨ ਕੀ ਬਾਤ ਲੋਕਾਂ ਦੇ ਨਾਲ ਸਾਂਝੀ ਕਰੋ, ਉਸ ਵੇਲੇ ਲੋਕਾਂ ਨੂੰ ਕਹੋ ਕਿ ਮੈਂ ਦਵੱਲੇ ਸਬੰਧਾਂ ਨੂੰ ਸੁਧਾਰਨ ਵਾਸਤੇ ਆਹ ਪਹਿਲ ਕਦਮੀ ਕੀਤੀ ਹੈ। ਉਹਨਾਂ ਦੀ ਗੱਲ ਵੀ ਸੁਣ ਲੈਣੀ ਚਾਹੀਦੀ ਹੈ, ਆਪਣੀ ਵੀ ਦੱਸਣੀ ਚਾਹੀਦੀ ਹੈ। ਜਦੋਂ ਕੋਈ ਵਿੱਚ ਦਾ ਰਾਹ ਜਿਹੜਾ ਹੈਗਾ ਨਿਕਲੇ ਆਉਂਦਾ, ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਹੋਰ ਦੀ ਵਿਚੋਲਗੀ ਦੀ ਸਾਨੂੰ ਜ਼ਰੂਰਤ ਨਹੀਂ। ਸਾਨੂੰ ਆਪ ਹੀ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ, ਜਿੱਥੇ ਵਿਵਾਦਤ ਜਿਹੜੇ ਸਾਡੇ ਸਰਹੱਦ ਦੇ ਉੱਤੇ ਖੇਤਰ ਨੇ ਉਹਨਾਂ ਦੇ ਸੰਬੰਧ ਦੇ ਵਿੱਚ ਕੋਈ ਵਿਚਲਾ ਰਾਹ ਕੱਢ ਲੈਣਾ ਚਾਹੀਦਾ। ਜੇ ਥੋੜ੍ਹਾ ਬਹੁਤਾ ਛੱਡਣਾ ਪੈ ਜੇ ਤਾਂ ਛੱਡ ਦੇਣਾ ਚਾਹੀਦਾ। ਜੇ ਮਤਲਬ ਦਵੱਲੇ ਸੰਬੰਧਾਂ ਦੇ ਨਾਲ ਹੀ ਇਸ ਨੂੰ ਮਜ਼ਬੂਤ ਕਰਨਾ ਚਾਹੀਦਾ। ਸਰਹੱਦਾਂ ਦੇ ਉੱਤੇ ਨਾ ਨਰਿੰਦਰ ਮੋਦੀ ਨੇ ਸ਼ਹਾਦਤ ਦੇਣੀ ਹੈ, ਨਾ ਕਿਸੇ ਦੇਸ਼ ਦੇ ਹੋਰ ਸਿਆਸੀ ਲੋਕ ਨੇ ਸ਼ਹਾਦਤ ਦੇਣੀ ਹੈ। ਨਵਦੀਪ ਉੱਥੇ ਉਹ ਲੋਕ ਹੀ ਜਾਣਗੇ ਜਿਵੇਂ ਹੁਣ 5 ਆਪਣੇ ਪਟਿਆਲੇ ਜ਼ਿਲ੍ਹੇ ਪੰਜਾਬ ਨਾਲ ਸੰਬੰਧਿਤ ਨੇ, ਜਿਹ 'ਚ 2 ਪਟਿਆਲੇ ਨਾਲ ਸੰਬੰਧਿਤ ਹੋ ਗਏ। ਉਹਨਾਂ ਦੇ ਘਰ ਦੀ ਹਾਲਤ ਦੇਖੋ ਜਾ ਕੇ ਕਿਸ ਤਰ੍ਹਾਂ ਦੀ ਹੈ। ਆਮ ਘਰਾਂ ਦੇ ਲੋਕ, ਉਹਨਾਂ ਤੇ ਕੋਈ ਰਾਸ਼ਟਰਵਾਦ ਨਹੀਂ ਚੜਿਆ ਵਾ ਵੀ ਉਹ ਰਾਸ਼ਟਰਵਾਦ ਕਰਕੇ ਸਰਹੱਦਾਂ ਤੇ ਰਾਖੀ ਕਰਨ ਤੁਰੇ ਨੇ। ਉਹ ਬੇਰੁਜ਼ਗਾਰੀ ਕਰਕੇ ਤੁਰੇ ਨੇ, ਕਿਉਂਕਿ ਰੁਜ਼ਗਾਰ ਦਾ ਸਾਧਨ ਕੋਈ ਤੁਸੀਂ ਪੈਦਾ ਉਸ ਹਿਸਾਬ ਨਾਲ ਨਹੀਂ ਕੀਤਾ ਜਿਸ ਹਿਸਾਬ ਨਾਲ ਸਾਡੀ ਆਬਾਦੀ ਵੱਧ ਰਹੀ ਹੈ। ਇਸ ਕਰਕੇ ਉਹਨਾਂ ਦਾ ਪਰਿਵਾਰਾਂ ਦਾ ਖਿਆਲ ਕਰੋ ਜਿਨ੍ਹਾਂ ਦੇ ਜਿਹੜੇ ਬੱਚੇ ਨੇ ਉਹ ਸਰਹੱਦਾਂ ਤੇ ਜਾ ਕੇ ਇਹ ਰਾਖੀ ਕਰਨ ਵਾਸਤੇ ਆਪਣੀਆਂ ਜਾਨਾਂ ਵਾਰ ਰਹੇ ਨੇ। ਜੀ ਢਿੱਲੋਂ ਸਾਹਿਬ, ਤੁਸੀਂ ਬਿਲਕੁਲ ਸੱਚ ਕਿਹਾ ਕਿ ਉਹਨਾਂ ਪਰਿਵਾਰਾਂ ਦੀਆਂ ਚੀਖਾਂ, ਉਹਨਾਂ ਭੈਣ ਭਾਈਆਂ ਦੀਆਂ, ਮਾਂ-ਬਾਪ ਦੀਆਂ, ਪਤਨੀਆਂ ਦੀਆਂ, ਬੱਚਿਆਂ ਦੀਆਂ ਚੀਖਾਂ ਸੁਣਨੀਆਂ ਨਹੀਂ ਚਾਹੁੰਦੀਆਂ ਕਿ ਹੁਣੇ ਜਿਹੜਾ 2 ਦਿਨ ਪਹਿਲਾਂ ਜਵਾਨ ਇੱਕ ਸ਼ਹੀਦ ਹੋਇਆ, ਉਸ ਦੀ ਭੈਣ ਤਾਂ ਰੋ ਰੋ ਕੇ ਸਿਹਤ ਮੰਤਰੀ ਨੂੰ ਇਹ ਕਹਿ ਰਹੀ ਸੀ ਕਿ ਤੁਹਾਡੇ ਆਪਸ ਦੇ ਦੇਸ਼ਾਂ ਦੀਆਂ ਰਾਜਨੀਤੀਆਂ ਨੇ ਮੇਰਾ ਭਰਾ ਖਾ ਲਿਆ। ਮਤਲਬ ਇਹੋ ਜਿਹਾ ਦੇਖ ਕੇ ਬੜਾ ਮਨ ਨੂੰ ਉਹ ਹੁੰਦਾ ਕਿ ਵਾਕਿਆ ਹੀ ਕਿ ਸਾਡੇ ਦੇਸ਼ ਦੀਆਂ ਰਾਜਨੀਤੀਆਂ ਇੰਨੀਆਂ ਗੰਦੀਆਂ ਹੁੰਦੀਆਂ ਨੇ ਕਿ ਉਹ ਮਾਵਾਂ ਦੇ ਪੁੱਤ ਬਾਰਡਰਾਂ ਤੇ ਮਰਵਾ ਦਿੰਦੀਆਂ ਨੇ। ਐਨੀਵੇ ਕਾਲਰ ਨੇ 2-3 ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਚਲੋ ਭੈਣ ਜੀ ਸਤਿ ਸ਼੍ਰੀ ਅਕਾਲ, ਢਿੱਲੋਂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਤੁਸੀਂ ਬਹੁਤ ਵਧੀਆ ਵਿਸਤਾਰ ਨਾਲ ਸਾਰੀ ਗੱਲ ਦੱਸ ਦਿੱਤੀ ਆ। ਜੇਕਰ ਇਹਨਾਂ ਦੇ ਬੋਲੇ ਕੰਨ ਜਿਹੜੀਆਂ ਪੱਗਾਂ ਉੱਪਰ ਰੱਖੀਆਂ ਉਹ ਪੱਗ ਇੱਕ ਪਾਸਾ ਲਾ ਕੇ ਕੰਨ ਨਾਲ ਸੁਣ ਲੈਣ ਤੁਹਾਡੀ ਗੱਲ, ਤੇ ਦੂਜੇ ਵੀ ਕੰਨਾਂ ਦੇ ਵਿੱਚੋਂ ਮੈਲ ਕਢਾ ਕੇ ਗੱਲ ਸੁਣ ਲੈਣ। ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਆ। ਪਰ ਮੈਂ ਨਾਲ ਲੱਗਦਾ ਗੱਲ ਕਹੂੰਗਾ, ਮੋਦੀ ਜੀ ਝੂਠ ਬੋਲਦੇ ਆ। ਉਹ ਸਾਫ਼ ਦੱਸਦਾ ਸਾਡੀ ਪੰਜਾਬ ਦੀ ਕਹਿੰਦੇ ਆਬਾਦੀ ਸਿਰਫ 2% ਆ ਫੌਜ ਵਿੱਚ ਭਰਤੀ, ਸਾਡੇ 5 ਗੱਭਰੂ ਮਾਰ ਦਿੱਤੇ ਔਰ ਸ਼ਹੀਦ ਹੋ ਗਏ, ਔਰ 300 ਬੰਦਾ ਸਾਡਾ ਸ਼ਹੀਦ ਕਰਤਾ ਮੋਦੀ ਦੇ 6 ਸਾਲਾਂ ਵਿੱਚ। ਗੁਜਰਾਤ ਦਾ ਇੱਕ ਵੀ ਫੌਜੀ ਸ਼ਹੀਦ ਨਹੀਂ ਹੋਇਆ। ਗੁਜਰਾਤ ਦੇ ਮੈਨੂੰ 10 ਗਿਣਾ ਦੇਣ ਵੀ ਸ਼ਹੀਦ ਹੋਇਆ, 300 ਪੰਜਾਬ ਦਾ ਹੋਇਆ। ਅਸੀਂ ਗਿਣਾ ਸਕਦੇ ਆ। ਇੱਥੋਂ ਪਤਾ ਲੱਗਦਾ ਸਾਡੇ ਪੰਜਾਬੀਆਂ ਦੇ ਦੁਸ਼ਮਣ ਆ ਇਹ, ਜਿਹੜੇ ਪੰਜਾਬੀਆਂ ਨੂੰ ਮੂਹਰੇ ਕਰਕੇ ਮਰਵਾਉਂਦੇ ਆ। ਇਹ ਸਾਫ਼ ਜ਼ਾਹਰ ਹੁੰਦਾ ਆ। ਨਾਲ ਲੱਗਦੀ ਮੈਂ ਗੱਲ ਕਹੂੰਗਾ, ਮੋਦੀ ਸਾਹਿਬ ਦੇ 2014 ਦੇ ਜਿਹੜੇ ਬਿਆਨ ਆ ਉਹਦੇ ਵਿੱਚ ਕਿੱਦਾਂ ਜਾ ਕੇ ਤੇਲ ਬਾਰੇ ਗੱਲ ਕਰਦੇ ਆ, ਪੈਟਰੋਲ ਬਾਰੇ ਗੱਲ ਕਰਦੇ ਆ, ਜਿਹੜਾ ਰੁਪਈਏ ਦਾ ਵੈਲਿਊ ਡਾਊਨ ਹੋਈ ਆ ਉਹਦੇ ਬਾਰੇ ਗੱਲ ਕਰਦੇ ਆ। ਪਰ ਹੁਣ ਸਾਰਾ ਕੁਝ ਭੁੱਲ ਗਿਆ। ਤੇਲ ਵੀ ਮਹਿੰਗਾ ਔਰ ਪੰਜਾਬ ਦੇ ਜਵਾਨੀ ਵੀ ਬਰਬਾਦ ਕਰਨ ਤੇ ਹੋਏ ਆ। ਫਿਰ ਸਟੇਟਾਂ ਦੇ ਅਧਿਕਾਰ ਸਾਰੇ ਖੋਲੇ ਆ। ਸਮਝ ਨਹੀਂ ਆਉਂਦੀ ਗੱਲ ਦੀ। ਨੋਟਬੰਦੀ ਕਰਕੇ ਤਾਂ ਬਰਬਾਦ ਕੀਤਾ, GST ਲਾ ਕੇ ਤਾਂ ਬਰਬਾਦ ਕੀਤਾ। ਫਿਰ ਝੂਠ ਸੇ ਝੂਠ ਬੋਲੀ ਜਾਂਦੇ ਆ, ਪਰ ਨਹੀਂ ਬੋਲਣਾ ਚਾਹੀਦਾ। ਉਹਦਾ ਦੇ ਬਾਦਲਿਆ ਮੂੰਹ ਚੋਂ ਘੁੰਗਣੀਆਂ ਪਈਆਂ ਆ, ਉਹ ਵੀ ਨਹੀਂ ਮੋਹਰੇ ਬੋਲਦੇ ਆ। ਕਿਉਂ? ਉਹਨਾਂ ਨੂੰ ਬੀਬੀ ਦੀ ਕੁਰਸੀ ਬਹੁਤ ਪਿਆਰੀ ਆ ਵੀ ਕੁਰਸੀ 4 ਸਾਲ 3 ਸਾਲ ਹੋਰ ਵਰਤ ਲੈਣ। ਜੀ
ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਆਪਣੀ ਗੱਲ ਰੱਖੀ। ਅਗਲੇ ਕਾਲਰ ਵੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਜੀ, ਬੇਨਤੀ ਕਰਦਾ ਆਓ ਸਮੇਂ ਵਾਲੀ ਸਾਹਿਬ। ਹਾਂਜੀ ਸਰ, ਬੇਨਤੀ ਹੈਗੀ ਹੈ ਵੀ ਜਿਹੜਾ ਵੀ ਦੇਸ਼ ਦਾਬੇ ਮਾਰੇ ਨਾ ਜੀ, ਮਨੋਵਿਗਿਆਨੀ ਆਂਦੇ ਨੇ ਵੀ ਉਹ ਅੰਦਰੋਂ ਡਰਿਆ ਹੋਇਆ ਹੈ। ਜੇ ਭਾਰਤ ਚੀਨ ਨੂੰ ਜਾਂ ਪਾਕਿਸਤਾਨ ਨੂੰ ਦਾਬੇ ਮਾਰਦਾ ਹੈ ਤੇ ਸਮਝੋ ਅੰਦਰੋਂ ਡਰਿਆ ਹੋਇਆ ਜੀ। ਹੁਣ ਵੇਖੋ ਜੀ, ਆ ਪੰਜਾਬ ਵਾਲਾ ਲਾਂਘਾ ਤਾਂ ਬੰਦ ਕਰ ਦਿੱਤਾ ਸਰ, ਤੇ ਜਿਹੜਾ ਵਾਇਆ ਸਮੁੰਦਰੀ ਜਹਾਜ਼ਾਂ ਹੋਣਾ ਹੈ ਉਹ ਤੁਸੀਂ ਸ਼ੁਰੂ ਰੱਖਿਆ ਹੈ, ਜਾਂ ਤਾਂ ਫਿਰ ਸਾਰਾ ਕੁਝ ਹੀ ਬੰਦ ਕਰੋ। ਇਹ ਕੋਈ ਤਰੀਕਾ ਥੋੜਾ ਹੈ ਜੀ ਵੀ ਇੱਧਰੋਂ ਜ਼ਿਆਦਾ ਲੰਘਦੇ ਨੇ ਦੁਸ਼ਮਣ ਤੇ ਉੱਧਰੋਂ ਘੱਟ ਲੰਘਦੇ ਨੇ। ਕਾਰਨ ਕੀ, ਇਹ ਪੰਜਾਬ ਨੂੰ ਬਰਬਾਦ ਕਰਨ ਦੀਆਂ ਨਿਸ਼ਾਨੀਆਂ ਤਾਂ ਨਹੀਂ। ਰਹੀ ਗੱਲ ਸਰ, ਜਦੋਂ ਫੌਜੀ ਨੌਜਵਾਨ ਮਰ ਜਾਂਦੇ ਨੇ, ਇਹਨਾਂ ਦੇ ਕਿਹੜੇ ਸਰ ਉਹ ਰਿਸ਼ਤੇਦਾਰ ਲੱਗਦੇ ਨੇ? ਇਹਨਾਂ ਦਾ ਕਈ ਦਿਨ ਦੇਸ਼ ਲਈ ਸ਼ਹੀਦ ਹੋ ਗਏ। ਬਾਕੀ ਜਿਹੜੇ ਆ ਸਰ ਪੱਤਰਕਾਰ ਪੁੱਛਦੇ ਨੇ, ਵੇਖੋ ਉਹਨਾਂ ਦਾ ਤਾਂ ਬੱਚੇ ਦੀ ਜੇ ਲਾਸ਼ ਘਰ ਪਈ ਹੁੰਦੀ ਹੈ, ਕੀ ਮਹਿਸੂਸ ਕਰ ਰਹੇ ਹੋ? ਉਦੋਂ ਧਰਮਾਂ ਨਾਲ ਆਖੀ ਦਾ ਜਾਂ ਤਾਂ ਟੈਲੀਵਿਜ਼ਨ ਭੰਨ ਦੀਏ ਤੇ ਜਾਂ ਇਹਨਾਂ ਦੇ ਮੂੰਹ ਤੇ ਵੱਟ। ਸਾਰਾ ਹੀ ਜਿਹੜਾ ਇਕੱਲਾ ਪ੍ਰਦੇਸ਼ ਨਹੀਂ ਕਹਿ ਸਕਦੇ, ਪੂਰੇ ਸੰਸਾਰ ਦੇ ਵਿੱਚ ਸਾਰੇ ਸ਼ਹੀਦ ਫੌਜੀਆਂ ਨੂੰ ਲੈ ਕੇ, ਸ਼ਹੀਦ ਜਵਾਨਾਂ ਨੂੰ ਲੈ ਕੇ ਵਾਕਿਆ ਹੀ ਮਨ ਦੇ ਵਿੱਚ ਬਹੁਤ ਵੱਡਾ ਦੁਖਾਨ ਹੈ। ਸਭ ਨੂੰ ਇਹ ਗੱਲ ਪਤਾ ਹੈ ਕਿ ਇਹ ਕੋਈ ਐਸੀ ਲੜਾਈ ਨਹੀਂ ਸੀ, ਸਾਰਾ ਕੁਝ ਜਿਹੜਾ ਉਹ ਸਭ ਕੁਝ ਰਾਜਨੀਤੀ ਦੀ ਭੇਟ ਚੜ੍ਹ ਗਿਆ। ਅਗਲੇ ਕਾਲਰ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਨਵਦੀਪ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਢਿੱਲੋਂ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਗੁਰੂ ਦਾ ਲੈ ਕੇ ਆਏ ਆ। ਢਿੱਲੋਂ ਸਾਹਿਬ, ਮਨ ਕੀ ਬਾਤ ਨੇ ਦੇਸ਼ ਦਾ ਬਿੜਾ ਕਰਕ ਦਿੱਤਾ ਹੈ। ਆਪਣੇ ਆਲੇ ਦੁਆਲੇ ਆਪਾਂ ਦੁਸ਼ਮਣਾਂ ਦਾ ਵੱਡਾ ਘੇਰਾ ਇਕੱਠਾ ਕਰ ਲਿਆ ਹੈ। ਮਕਬੂਜ਼ਾ ਕਸ਼ਮੀਰ ਲੈਂਦੇ ਲੈਂਦੇ ਨਾ ਅਸੀਂ ਆਪਣਾ ਮੁਲਕ ਚੀਨ ਨੂੰ ਦੇ ਦਿੱਤਾ ਹੈ ਤੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਕਰਵਾ ਲਿਆ ਤੇ ਕਰਵਾ ਰਹੇ ਹਾਂ ਜੀ। 6 ਸਾਲ ਹੋ ਗਏ ਇਹਨੂੰ ਮਨ ਕੀ ਬਾਤ ਕਰਦਿਆਂ ਨੂੰ। ਏਸੀ ਰੂਮਾਂ ਤੇ ਬੈਠ ਕੇ ਕਹਿ ਰਹੇ ਹਨ ਕਿ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਣੀ ਜਾਣਗੇ, ਕਿਉਂਕਿ ਮਰਨਾ ਤਾਂ ਬਗਾਨੇ ਪੁੱਤਾਂ ਨੇ ਆ। ਇਹਨਾਂ ਤੇ ਕਫਨਾਂ ਵਿੱਚੋਂ ਪੈਸੇ ਖਾ ਲੈਣੇ ਆ। ਸਾਰਾ ਦੇਸ਼ ਵੇਚ ਦਿੱਤਾ ਹੈ ਪੂਰਾ। ਇਸ ਤੱਕ ਇਹਦੇ ਵਿੱਚ ਸਾਡਾ ਕਸੂਰ ਵੀ ਹੈ, ਕਿਉਂਕਿ ਅਸੀਂ ਚਾਹ ਵੇਚਣ ਵਾਲਿਆਂ ਦੇ ਹੱਥ ਦੇਸ਼ ਦੇ ਦਿੱਤਾ ਹੈ। ਜਿਨ੍ਹਾਂ ਨੇ ਮੰਦਰਾਂ 'ਚ ਬੈਠ ਕੇ ਟੱਲ ਵਜਾਉਣੇ ਸਨ ਉਹ ਦੇਸ਼ ਚਲਾ ਰਹੇ ਹਨ, ਪਰ ਅਸੀਂ ਫਿਰ ਵੀ ਸਮਝ ਨਹੀਂ ਰਹੇ ਹੈਗੇ। ਢਿੱਲੋਂ ਸਾਹਿਬ, ਇਹ ਵੀ ਦੱਸੋ ਵੀ ਕਦੇ ਕਦੇ ਡੀਜ਼ਲ ਤੋਂ ਪੈਟਰੋਲ ਤੋਂ ਉੱਪਰ ਵੀ ਡੀਜ਼ਲ ਦਾ ਰੇਟ ਹੋਇਆ ਹੈ। ਅੱਜ ਦੇਖੋ ਵੀ ਕਿਸ ਤਰ੍ਹਾਂ ਡੀਜ਼ਲ ਦਾ ਰੇਟ ਪੈਟਰੋਲ ਤੋਂ ਉੱਪਰ ਹੋ ਰਿਹਾ ਹੈ, ਜਿਹੜਾ ਕਿ ਜ਼ਿਆਦਾ ਜ਼ਿਮੀਂਦਾਰ ਖਪਤ ਕਰਦੇ ਹਨ। ਇਹ ਵੀ ਇੱਕ ਜ਼ਿਮੀਂਦਾਰ ਨੂੰ ਮਾਰਨ ਦਾ ਬਹੁਤ ਜ਼ਿਆਦਾ ਇੱਕ ਬਹਾਨਾ ਹੈ। ਔਰ ਦੂਜੀ ਰਹੀ ਗੱਲ ਪਾਣੀ ਦੇ ਮਸਲੇ ਦੇ ਵਿੱਚ, ਜਦੋਂ ਕੈਪਟਨ ਨੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਤਕੜਾ ਸਟੈਂਡ ਲਿਆ ਸੀ, ਹੁਣ ਕਿਉਂ ਨਹੀਂ ਲੈ ਰਿਹਾ? ਕਿਉਂਕਿ ਉਦੋਂ ਉੱਪਰ ਸ਼ਰੀਫ ਪ੍ਰਧਾਨ ਮੰਤਰੀ ਸੀਗਾ। ਹੁਣ ਕੈਪਟਨ ਸਾਹਿਬ ਇੰਨੇ ਫਸੇ ਹੋਏ ਕਿ ਜੇ ਮਾੜੇ ਜਿਹੇ ਘੁਰਕੇ ਦਿਖਾਉਂਦੇ ਤਾਂ ਮਨ ਕੀ ਬਾਤ ਨੇ ਚੁੱਕ ਕੇ ਅੰਦਰ ਕਰ ਦੇਣਾ, ਤੇ ਇਸ ਕਰਕੇ ਪਾਣੀ ਦਾ ਵੀ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਵੀ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਆਪਣੀ ਟੈਲੀਵਿਜ਼ਨ ਦੀ ਜਿਹੜੀ ਆਵਾਜ਼ ਹੈ ਉਸ ਨੂੰ ਘਟਾ ਦਿਓ ਜੀ, ਤੁਸੀਂ ਸਾਡੇ ਨਾਲ ਫੋਨ ਤੇ ਹੀ ਗੱਲਬਾਤ ਕਰੋ ਜੀ। ਹਾਂ, ਪਹਿਲਾਂ ਤਾਂ ਸਾਰੇ ਜਿਹੜੇ ਸਾਡੇ ਫੌਜੀ ਸ਼ਹੀਦ ਹੋਏ ਆ ਦੋਹਾਂ ਪਾਸਿਆਂ ਤੋਂ, ਉਹਨਾਂ ਸਿਰ ਚੜ੍ਹਾ ਕੇ ਸਲਾਮ ਜੀ। ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ, ਇਹ ਬਹੁਤ ਮਾੜੀ ਗੱਲ ਹੋਈ ਆ। ਦੂਜੀ ਗੱਲ ਇਹ ਆ ਵੀ ਪ੍ਰਧਾਨ ਮੰਤਰੀ ਜੀ ਜਨ ਕੀ ਬਾਤ ਨਹੀਂ ਕਰਦੇ, ਮਨ ਕੀ ਬਾਤ ਕਰਦੇ ਆ। ਮਨ ਕੀ ਬਾਤ ਤਾਂ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ, ਵੀ ਉਹ ਇਕੱਲੇ ਹੁੰਦੇ ਸੀਗੇ। ਜਨ ਨੂੰ ਸੁਣੋ, ਜਨ ਕੀ ਕਹਿੰਦਾ। ਜਨ ਤਾਂ ਭੁੱਖਾ ਮਰ ਲਿਆ। ਡੀਜ਼ਲ ਪੈਟਰੋਲ ਦੇ ਰੇਟ ਕਿੱਥੇ ਜਾ ਰਹੇ ਆ? ਤੁਸੀਂ ਕਿਹੜੀਆਂ ਗੱਲਾਂ ਕਰਦੇ ਆ? ਤੁਸੀਂ ਅਮਰੀਕਾ ਦੀਆਂ ਗੱਲਾਂ ਕਰਦੇ। ਅਮਰੀਕਾ ਤਾਂ ਮੂੰਹ ਵੀ ਨਹੀਂ ਕਰਦਾ ਜੀ ਇਹਨਾਂ ਨੂੰ। ਇੰਨੀ ਜਾਣੇ ਨਹੀਂ ਉਧਰ ਨੂੰ ਦੇਖ ਲਵੇ ਜੀ। ਉਹਦੇ ਆਪਣੇ ਦੇਸ਼ ਦੇ ਵਿੱਚ ਇਹ ਮੰਦਾ ਹਾਲ ਹੋਇਆ ਆ ਵੀ ਉਹਦਾ ਇੰਨਾ ਬੁਰਾ ਹਾਲ ਹੈ, ਕਹਿਣ ਦੀ ਹੱਦ ਨਹੀਂ। ਉਹ ਤੇ ਤੁਸੀਂ ਤਾਰਾਂ ਮਾਰਦੇ ਆ, ਕਦੇ ਤੁਸੀਂ ਰੂਸ ਨੂੰ ਜੱਫੀਆਂ ਪਾਉਣ ਲੱਗਦੇ ਆ, ਕਦੇ ਤੁਸੀਂ ਮਿੱਤਰ ਬਣਦਾ ਇੱਕ, ਜਾਂ ਰੂਸ ਬਣੇ ਜਾਂ ਚੀਨ ਆਪਣੇ ਅਮਰੀਕਾ ਬਣੇ। ਉਹ ਛੋਟੇ ਛੋਟੇ ਦੇਸ਼ ਇਰਾਨ ਵਰਗੇ ਦੇਸ਼ ਅੜੇ ਹੋ ਖੜੇ ਆ, ਉਹਨਾਂ ਦਾ ਸਟੈਂਡ ਆ। ਕਿਉਂਕਿ ਸਟੈਂਡ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਇੱਜ਼ਤ ਨਹੀਂ ਹੁੰਦੀ। ਅਗਲਾ ਨਾਲ ਜੱਫੀ ਪਾਉਂਦਾ, ਨਾਲੇ ਹੱਸਦਾ। ਤੁਸੀਂ ਦੇਖੋਗੇ ਰੂਸ ਦਾ ਰਾਸ਼ਟਰਪਤੀ ਨਾਲੇ ਇਹਨੂੰ ਜੱਫੀ ਪਾ ਕੇ ਖੜਾ ਤੇ ਨਾਲੇ ਹੱਸਣ ਲੱਗਿਆ। ਕੀ ਕਰਦਾ? ਕਿਉਂਕਿ ਇਹ ਲੋਕ ਜਿਹੜੇ ਆ ਨਹੀਂ ਦੇਸ਼ ਨੂੰ ਖਤਮ ਕਰ ਦੇਣਾ। ਜ਼ਿਮੀਂਦਾਰ ਦਾ ਤਾਂ ਜਿੱਦਾਂ ਕਹਿੰਦੇ ਹੁੰਦੇ ਹਾਲ ਮੰਦਾ ਕੀਤਾ ਆ। ਅਡਾਨੀਆਂ ਵਾਨੀਆਂ ਨੂੰ ਵੇਚ ਦੇਣਾ ਨਹੀਂ।
ਤੇ ਅਸੀਂ ਤਾਂ ਜਿੱਦਾਂ ਕਹਿੰਦੇ ਠੂਠਾ ਫੜ ਕੇ ਮੰਗਣ ਵਾਲੇ ਫੇਰ ਰਹਿ ਜਾਣਾ ਜੀ। ਯਾਨੀ ਇਹ ਹਾਲ ਹੈ, ਜ਼ਿਆਦਾ ਮੰਦਾ ਹਾਲ ਹੈ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਆਪਣੀ ਗੱਲ ਰੱਖੀ। ਤੇ ਢਿੱਲੋਂ ਸਾਹਿਬ ਕੀ ਕਹਿਣਾ ਤੁਹਾਡਾ ਇਹਨੇ ਸਾਰੇ? ਦੇਖੋ, ਜਿੰਨੇ ਕਾਲਰ ਨੇ ਕਾਲ ਕੀਤੀ ਹੈ ਸਾਰਿਆਂ ਨੇ ਦੇਸ਼ ਦੀ ਜਿਹੜੀ ਸਥਿਤੀ ਆ ਅੰਦਰੂਨੀ ਆਰਥਿਕਤਾ ਦੇ ਪੱਖ ਤੋਂ ਅਸੀਂ ਬੜੇ ਹੇਠਲੇ ਪੱਧਰ ਤੇ ਜਾ ਰਹੇ ਹਾਂ। ਜਿਸ ਵੇਲੇ ਨੋਟਬੰਦੀ ਸ਼ੁਰੂਆਤ ਕੀਤੀ ਸੀ ਜਾਂ GST ਲਾਇਆ ਸੀ, ਉਸੇ ਵੇਲੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਤੁਹਾਡੀ GDP ਦਰ ਇੱਥੋਂ ਤੱਕ ਜਾਏਗੀ। ਹੈਰਾਨੀ ਇਸ ਗੱਲ ਦੀ ਹੈ ਕਿ ਉਹ GDP ਦਰ ਉਸ ਤੋਂ ਵੀ ਥੱਲੇ ਆ ਗਈ ਹੈ। ਜਿਸ ਵੇਲੇ ਕੋਈ ਮੁੱਦਾ ਭਾਰੂ ਹੋਣ ਲੱਗਦਾ, ਇਹ ਦੇਸ਼ ਦੇ ਹੁਕਮਰਾਨ ਉਸ ਦੇ ਵਿੱਚੋਂ ਨਿਕਲਣ ਦਾ ਕੋਈ ਯਤਨ ਨਹੀਂ ਕਰਦੇ। ਲੋਕਾਂ ਦਾ ਧਿਆਨ ਬਦਲਣ ਵਾਸਤੇ ਕੋਈ ਨਵਾਂ ਮੁੱਦਾ ਖੜਾ ਕਰ ਦਿੱਤਾ ਜਾਂਦਾ ਤਾਂ ਕਿ ਲੋਕ ਉਸ ਪਾਸੇ ਚੱਲ ਜਾਣ। ਜਦੋਂ ਪਿਛਲੇ ਸਾਲਾਂ ਦੇ ਵਿੱਚ ਸਾਡੇ ਤੁਹਾਨੂੰ ਯਾਦ ਹੋਣਾ ਹੈ ਕਿ ਪੁਲਵਾਮਾ ਹੋਇਆ ਸੀ, CRP ਦੇ ਕੈਂਪ ਤੇ ਹਮਲਾ ਕੀਤਾ ਗਿਆ। CRP ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਸਾਨੂੰ ਹਾਲਾਤ ਖਰਾਬ ਨੇ, ਮੌਸਮ ਠੀਕ ਨਹੀਂ, ਸਾਨੂੰ ਬਾਈ 에ਅਰ ਇੱਕ ਥਾਂ ਤੋਂ ਦੂਜੇ ਥਾਂ ਤੇ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਇਹਦੇ ਬਾਵਜੂਦ ਸੜਕੀ ਰਸਤੇ ਭੇਜਿਆ ਗਿਆ। ਉਹਦਾ ਅੱਜ ਤੱਕ ਮੋਦੀ ਸਾਹਿਬ ਨੇ ਕੋਈ ਸਫੈਦ ਪੱਤਰ ਜਾਰੀ ਕੀਤਾ ਕਿ ਉਹਦੇ ਲਈ ਕਸੂਰਵਾਰ ਕੌਣ ਸੀ, ਕਿਹਦੀ ਜ਼ਿੰਮੇਵਾਰੀ ਸੀ। ਇਸ ਕਰਕੇ ਅਸੀਂ ਬਾਰ-ਬਾਰ ਜਦੋਂ ਫਸ ਜਾਂਦੇ ਹਾਂ ਤਾਂ ਉਹਨਾਂ ਮੁੱਦਿਆਂ ਤੋਂ ਦੂਜੇ ਪਾਸੇ ਲਿਜਾਣ ਦੇ ਖਾਤਰ ਦੇਸ਼ ਦਾ ਜਿਹੜਾ ਧਿਆਨ ਬਦਲ ਦਿੱਤਾ ਜਾਂਦਾ ਹੈ। ਉਹ ਰਾਸ਼ਟਰਵਾਦ ਜਿਹੜਾ ਉਸ ਵੇਲੇ ਸ਼ੁਰੂਆਤ ਕੀਤਾ ਗਿਆ ਸੀ, ਰਾਸ਼ਟਰਵਾਦ ਰਾਸ਼ਟਰਵਾਦ ਰਾਸ਼ਟਰਵਾਦ, ਮੋਦੀ ਹੈ ਤੋਂ ਮੁਮਕਿਨ ਹੈ। ਤੇ ਜੇ 21 ਜਵਾਨਾਂ ਨੇ ਸ਼ਹੀਦ ਦੇਤੀ, ਅਜੇ ਪਤਾ ਨਹੀਂ ਕਿੰਨੇ ਦੇਤੀ ਆ, ਤਾਂ ਪਰ ਮੋਦੀ ਹੈ ਤੋਂ ਮੁਮਕਿਨ ਇਹ ਵੀ ਹੈ। ਸੋ ਇਸ ਕਰਕੇ ਇੱਕ ਮੈਂ ਹੋਰ ਗੱਲ ਕਰਨੀ ਚਾਹਾਂ। ਨਵਦੀਪ ਕੱਲ ਕੁਝ ਨੇ ਪੁੱਛਿਆ ਸੀ, ਮੈਨੂੰ ਨਾ ਤਾਂ ਪਿੰਡ ਦਾ ਪਤਾ ਸੀਗਾ ਪਰ ਪੂਰਾ ਕਲੀਅਰ ਨਹੀਂ ਸੀ ਕਿ ਅਡਾਨੀਆਂ ਦਾ ਸੈਲੂ ਕਿੱਥੇ ਲੱਗਿਆ। ਉਹ ਡਗਰੂ ਪਿੰਡ ਹੈ ਜੀ, ਮੋਗੇ ਜ਼ਿਲ੍ਹੇ ਦੇ ਵਿੱਚ। ਜਿਹੜਾ ਡਗਰੂ ਫਾਟਕ ਆ ਉਹਦੇ ਨਾਲ ਲੱਗਵਾਂਗਾ, ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਸੈਲੋ ਬਣਿਆ, ਜਿਹੜੇ 18 ਹੋਰ ਬੰਨੇ ਨੇ। ਆਪਾਂ ਇਹ ਮੈਨੂੰ ਦੱਸਣਾ ਪੈ ਗਿਆ ਕਿਉਂਕਿ ਕੱਲ ਸਾਡੇ ਕਾਲਰ ਨੇ ਕਿਹਾ ਸੀ ਕਿ ਸਾਨੂੰ ਪਿੰਡ ਦਾ ਨਾਂ ਜ਼ਰੂਰ ਦੱਸਿਆ ਜਾਵੇ। ਆਪਾਂ ਤਾਂ ਇਸ ਨੂੰ ਸਾਂਝਾ ਕੀਤਾ। ਮੈਂ ਫੇਰ ਇਸ ਮੁੱਦੇ ਤੋਂ ਬਾਅਦ ਆਪਾਂ ਅਗਲੇ ਸੈਗਮੈਂਟ 'ਚ ਹੋਰ ਮੁੱਦਿਆਂ ਤੇ ਜਾਵਾਂਗੇ। ਅੱਜ ਵੀ ਬੇਨਤੀ ਕਰਦਾ ਦੇਸ਼ ਦੇ ਹੁਕਮਰਾਨਾਂ ਨੂੰ, ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿ ਲੋਕਾਂ ਦੇ ਧੀ ਪੁੱਤ ਨਾ ਮਰਵਾਓ, ਲੋਕਾਂ ਦੇ ਧੀ ਪੁੱਤ ਨਾ ਮਰਵਾਓ। ਜਦੋਂ ਜਿਹੜਾ ਬੰਦਾ ਅੱਜ ਫੌਜ 'ਚ ਭਰਤੀ ਹੁੰਦਾ ਹੈ, ਉਹਦੀ ਆਰਥਿਕ ਮਜਬੂਰੀ ਹੁੰਦੀ ਹੈ, ਉਹਦੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਹੈ। ਸ਼ੁਕਰ ਕਰੋ ਕਿ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਕੀਤੀ ਹੈ। ਇੱਕ ਜਿਹੜੀ ਸਾਡੇ ਕਾਲਰ ਸਾਹਿਬ ਨੇ ਗੱਲ ਕੀਤੀ ਹੈ, ਮੈਂ ਤੁਹਾਨੂੰ ਇਸ ਗੱਲ ਤੇ ਕਹਾਂ ਕਿ ਜਦੋਂ ਤੋਂ ਬਿਜਲਈ ਮੀਡੀਆ ਹੋਣ ਦੇ ਵਿੱਚ ਆਇਆ, ਇਹਨਾਂ ਨੇ ਜਿਹੜੇ ਪੱਤਰਕਾਰ ਭਰਤੀ ਕੀਤੇ ਨੇ, ਉਹਨਾਂ ਦਾ ਵਿੱਦਿਆ ਮਿਆਰ ਉਹ ਨਹੀਂ ਹੈਗਾ ਜੋ ਹੋਣਾ ਚਾਹੀਦਾ ਸੀ। ਜੇ ਇਹਨਾਂ ਨੂੰ ਤੁਸੀਂ ਭਰਤੀ ਵੀ ਕਰ ਲਿਆ ਤਾਂ ਫਿਰ ਇਹਨਾਂ ਦਾ ਕੋਈ ਰਿਫਰੈਸ਼ਰ ਕੋਰਸ ਲਾਓ, ਓਰੀਐਂਟੇਸ਼ਨ ਕੋਰਸ ਲਾਓ। ਇਹਨਾਂ ਨੂੰ ਦੱਸੋ ਕਿ ਕਿਸ ਪੱਧਰ ਦੇ ਸਵਾਲ ਪੁੱਛਣੇ ਨੇ। ਸੀਨੀਅਰ ਪੱਤਰਕਾਰਾਂ ਨੂੰ ਬੁਲਾਓ, ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਬੁਲਾਓ। ਇਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂਗਾ ਕਿ ਸਿਚੁਏਸ਼ਨ ਸਥਿਤੀ ਨੂੰ ਦੇਖ ਕੇ ਗੱਲ ਨਹੀਂ ਕੀਤੀ ਜਾਂਦੀ। ਕਈ ਵਾਰੀ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੀ ਤੁਸੀਂ ਕਹੀ ਹੈ। ਮੈਨੂੰ ਯਾਦ ਹੈ ਇੱਕ ਵਾਰੀ ਇੱਥੇ ਇੱਕ ਜਬਰ ਜਨਾਹ ਦਾ ਮਾਮਲਾ ਆਇਆ ਸੀ ਤਾਂ ਉਹ ਲੜਕੀ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛੇ ਗਏ ਕਿ ਕਈ ਜਿਹੜੇ ਸਾਡੇ ਵਰਗੇ ਉੱਥੇ ਖੜੇ ਸੀ ਉਹਨਾਂ ਨੂੰ ਵੀ ਸ਼ਰਮ ਨਾਲ ਜਿਹੜਾ ਹੈਗਾ ਸਿਰ ਝੁਕਾਉਣਾ ਪਿਆ। ਇਹ ਗੱਲ ਤੁਸੀਂ ਬਿਲਕੁਲ ਦਰੁਸਤ ਕਹਿੰਦੇ ਹੋ ਕਿ ਇਸ ਤਰ੍ਹਾਂ ਦਾ ਸਵਾਲ ਪੁੱਛਣਗੇ ਜਿਹਦਾ ਕੋਈ ਸਿਰ ਨਾ ਪੈਰ ਹੁੰਦਾ ਹੈਗਾ। ਮਤਲਬ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਮੀਡੀਆ ਤੇ ਲੋਕਾਂ ਦਾ ਬਹੁਤ ਵੱਡਾ ਇਸ ਵੇਲੇ ਆਸਾਂ ਟਿਕੀਆਂ ਹੋਈਆਂ ਨੇ, ਪਰ ਜਦੋਂ ਤੋਂ ਗੋਦੀ ਮੀਡੀਆ ਭਾਰੂ ਹੋਇਆ ਹੈਗਾ, ਉਹ ਮੈਂ ਪਹਿਲਾਂ ਵੀ ਇੱਕ ਵਾਰੀ ਉਦਾਹਰਨ ਦਿੱਤੀ ਸੀ ਕਿ ਛੋਟੇ ਹੁੰਦੇ ਨੂੰ ਇੱਕ ਲੇਲਾ ਵੇਚਣ ਵਾਸਤੇ ਪਿਤਾ ਨੇ ਭੇਜਿਆ, ਉਹਨੂੰ 4 ਠੱਗ ਮਿਲ ਗਏ। ਪਹਿਲਾ ਠੱਗ ਕਹਿੰਦਾ ਕਿ ਕੁੱਤਾ ਕਿੱਧਰ ਚੱਕੀ ਜਾਣਾ, ਉਹਨੇ ਆਖਿਆ ਤਾਂ ਲੇਲਾ। ਉਦੋਂ ਬਾਅਦ ਦੂਜੇ ਨੇ ਕਿਹਾ, ਤੀਜੇ ਨੇ ਕਿਹਾ, ਚੌਥੇ ਨੇ ਕਿਹਾ, ਉਹ ਛੱਡ ਕੇ ਮੁੜਿਆ। ਉਹਨਾਂ ਨੇ ਚੱਕਿਆ, ਮੰਡੀ 'ਚ ਲਿਜਾ ਕੇ ਵੇਚਤਾ। ਜਦੋਂ ਅਸੀਂ ਕਿਸੇ ਗੱਲ ਨੂੰ ਬਾਰ-ਬਾਰ ਰਿਪੀਟ ਕਰੀ ਜਾਵਾਂਗੇ, ਬਾਰ-ਬਾਰ ਉਸੇ ਤੇ ਬੋਲੀ ਜਾਵਾਂਗੇ ਤਾਂ ਝੂਠ ਵੀ ਸੱਚ ਨਜ਼ਰ ਆਉਣ ਲੱਗ ਜਾਂਦਾ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ, ਘੱਟੋ ਘੱਟ ਗਲੋਬਲ ਪੰਜਾਬ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ ਹੈਗਾ। ਸਾਡਾ ਫਰਜ਼ ਹੈ ਤੁਹਾਡੇ ਤੱਕ, ਅਸਲੀਅਤ ਤੱਕ ਜਾਈਏ। ਆਪਣੀ ਬੁੱਧੀ ਮੁਤਾਬਕ ਅਸੀਂ ਗੱਲ ਕਰਦੇ ਹਾਂ। ਜੇ ਕਿਸੇ ਸਟੇਜ ਦੇ ਉੱਤੇ ਸਾਤੋਂ ਵੀ ਕੋਈ ਗਲਤੀ ਹੋ ਜੇ ਤਾਂ ਜਿਹੜਾ ਨਵਦੀਪ ਵਧੀਆ ਭਾਸ਼ਾ ਦੇ ਵਿੱਚ ਜੇ ਸਾਡੀ ਵਿਰੋਧਤਾ ਹੁੰਦੀ ਹੈ ਨਾ,
ਕਹਿੰਦੇ ਕ੍ਰਿਟਿਸਿਜ਼ਮ ਆ ਜਿਹੜਾ ਹੈਲਦੀ ਕ੍ਰਿਟਿਸਿਜ਼ਮ ਹੈ ਉਹ ਵੀ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਤੇ ਸਿੱਖਣਾ ਚਾਹੀਦਾ, ਉਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਕਿ ਕਮੀਆਂ ਹਰ ਬੰਦੇ ਦੇ ਵਿੱਚ ਹੁੰਦੀਆਂ ਨੇ, ਸਾਡੇ 'ਚ ਵੀ ਹੋ ਸਕਦੀਆਂ ਨੇ। ਲੇਕਿਨ ਫਿਰ ਵੀ ਅਸੀਂ ਇਸ ਮੁੱਦੇ ਨੂੰ ਸਿਰੇ ਲਾਉਂਦੇ ਹੋਏ ਮੈਂ ਇਹ ਗੱਲ ਕਹਾਂ ਕਿ ਸਾਨੂੰ ਵੱਡੀ ਪੱਧਰ ਦੇ ਉੱਤੇ ਜਿੱਥੇ ਦੇਸ਼ ਦੀ ਰਾਖੀ ਕਰਨੀ ਆ ਅਸੀਂ ਕਰਨ ਵਾਸਤੇ ਤਿਆਰ ਹਾਂ, ਪਰ ਤੁਸੀਂ ਸਿਆਸਤ ਨਾ ਕਰੋ। ਜਿਹੜੀ ਸਾਡੇ ਕੱਲ੍ਹ ਨੇ ਗੱਲ ਕੀਤੀ ਹੈ ਕਿ ਗੁਜਰਾਤ 'ਚੋਂ ਕਿੰਨੇ ਬੰਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਇੱਥੋਂ ਤੱਕ ਵੀ ਗੱਲ ਉੱਠਦੀ ਹੈ ਕਿ ਸਰਹੱਦਾਂ ਦੇ ਉੱਤੇ ਸਾਡੇ ਨੌਜਵਾਨ ਜਦੋਂ ਪਰੇਡਾਂ ਹੁੰਦੀਆਂ ਨੇ ਉਦੋਂ ਕਿਸੇ ਹੋਰ ਨੂੰ ਅੱਗੇ ਕੀਤਾ ਜਾਂਦਾ ਹੈਗਾ, ਰਾਜਨੀਤੀ ਭਾਰੂ ਹੁੰਦੀ ਹੈ। ਹੁਣ ਤੱਕ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਜੇ ਦੇਸ਼ ਦੀ ਆਜ਼ਾਦੀ ਹੋਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ, ਖਾਸ ਕਰ ਸਿੱਖਾਂ ਦੀਆਂ ਨੇ। ਜਦੋਂ ਦੇਸ਼ ਅਨਾਜ ਠੂਠਾ ਫੜ ਕੇ ਇਹ ਦੇਸ਼ ਮੰਗ ਰਿਹਾ ਸੀ ਕਿ ਅਨਾਜ ਸਾਡੇ ਕੋਲ ਨਹੀਂ ਹੈ, ਦੂਜੇ ਰਾਜਾਂ ਦੀ ਕਣਕ ਖਾਂਦਾ ਸੀ, ਦੂਜੇ ਦੇਸ਼ਾਂ ਦੀ ਕਣਕ ਮੰਗਾਈ ਜਾਂਦੀ ਸੀ, ਉਸ ਵੇਲੇ ਵੀ ਸਾਡੇ ਕਿਸਾਨ ਨੇ, ਭਾਵੇਂ ਉਹ ਪੰਜਾਬ ਦਾ ਕਿਸਾਨ ਹੈ, ਹਰਿਆਣੇ ਦਾ ਕਿਸਾਨ ਹੈ, ਅਸੀਂ ਸਾਰੇ ਹੀ ਕਿਸਾਨਾਂ ਨੂੰ ਉਹ ਕਹਿੰਦੇ ਆ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਜਿਹੜਾ ਦਿੱਤਾ ਸੀ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ ਸੀ। ਪੰਜਾਬ ਤੋਂ ਲਿਜਾ ਕੇ ਕਿਸਾਨਾਂ ਨੂੰ ਗੁਜਰਾਤ ਯੂਪੀ ਦੇ ਵਿੱਚ ਲਿਜਾਇਆ, ਉੱਥੇ ਦੀਆਂ ਜੰਗਲ ਵਾਲੀਆਂ ਜ਼ਮੀਨਾਂ ਨੂੰ ਇਹਨਾਂ ਬਹਾਦਰ ਪੰਜਾਬੀਆਂ ਨੇ ਆਬਾਦ ਕੀਤਾ ਤੇ ਅੱਜ ਉਹਦਾ ਖਮਿਆਜਾ ਭੁਗਤ ਰਹੇ ਨੇ। ਉਹਦੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ ਪੈਰ ਪੈਰ ਤੇ ਮਾਫ ਕਰਨਾ। ਸੋ ਸਾਨੂੰ ਇਸ ਜਿਹੜੇ ਨਾਜ਼ੁਕ ਮੁੱਦੇ ਨੇ ਇਹਨਾਂ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਗੋਂ ਸਮੁੱਚੇ ਦੇਸ਼ ਨੂੰ ਇਸ ਸਥਿਤੀ ਦੇ ਵਿੱਚ ਜਦੋਂ ਅੱਜ ਪੂਰਾ ਵਿਸ਼ਵ ਕਰੋਨਾ ਮਹਾਮਾਰੀ ਦੇ ਵਿੱਚ ਉਲਝਿਆ ਪਿਆ, ਉਸ ਵੇਲੇ ਰਾਜਨੀਤੀ ਨੂੰ ਛੱਡ ਕੇ ਦੇਸ਼ ਦੀ ਏਕਤਾ ਅਖੰਡਤਾ ਸਰਹੱਦਾਂ ਦੀ ਰਾਖੀ ਕਿਵੇਂ ਕਰਨੀ ਹੈ ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਔਰ ਲੋਕਾਂ ਨੂੰ ਨਜ਼ਰ ਆਵੇ ਕਿ ਰਾਜਨੀਤੀ ਨਹੀਂ ਹੋ ਰਹੀ। ਹੁਣ ਬਿਹਾਰ ਦੀਆਂ ਚੋਣਾਂ ਹੋਣੀਆਂ ਨੇ, ਬਿਹਾਰ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਹੋਰ ਗੱਲ ਕਰਦੇ ਨੇ, ਲਿਆਓ ਤੁਹਾਨੂੰ ਕੀ ਦੇਣਾ ਕੀ ਨਹੀਂ ਦੇਣਾ, ਤੇ ਜਦੋਂ ਦੂਜੇ ਸੂਬਿਆਂ ਦੇ ਨਾਲ ਹੋਰ ਤਰ੍ਹਾਂ ਦੀ ਗੱਲ, ਇਹ ਵਿਤਕਰੇਬਾਜ਼ੀ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ, ਤੇ ਵਿਤਕਰਾ ਤਾਂ ਵਾਕਈ ਹੀ ਬਹੁਤ ਹੋ ਰਿਹਾ ਹੈ। ਭਾਵੇਂ ਪੰਜਾਬ ਦੀ ਗੱਲ ਕਰੀਏ, ਭਾਵੇਂ ਸਾਡੇ ਕੇਂਦਰ ਦੀ ਗੱਲ ਕਰੀਏ, ਤਾਂ ਹਰੇਕ ਮੀਟਿੰਗ ਦੇ ਵਿੱਚ, ਹਰੇਕ ਬੈਠਕ ਦੇ ਵਿੱਚ ਕੁਝ ਵੀ ਹੁੰਦਾ, ਕਿਤੇ ਵੀ ਹੁੰਦਾ ਤਾਂ ਵਿਤਕਰਾ ਤਾਂ ਦਿਖਾਈ ਹੀ ਦਿੰਦਾ ਰਹਿੰਦਾ। ਤੇ ਇਹ ਵਿਤਕਰਾ ਕਦੋਂ ਖਤਮ ਹੋਏਗਾ ਜਾਂ ਹੋਏਗਾ ਵੀ ਜਾਂ ਨਹੀਂ, ਇਹ ਤਾਂ ਰੱਬ ਹੀ ਰਾਖਾ, ਕੁਝ ਕਹਿਣਾ ਨਹੀਂ ਇਹਦੇ ਬਾਰੇ ਤਾਂ। ਤੇ ਐਨੀਵੇ ਜਿਹੜਾ ਵੇੜਾ ਢਿੱਲੋਂ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ, ਆਪਾਂ ਟਾਈਮ ਥੋੜਾ ਜ਼ਿਆਦਾ ਲੈ ਗਏ ਆ, ਜਾਣਾ ਤੁਸੀਂ ਕਿਤੇ ਨਹੀਂ, ਮਿਲਦੇ ਥੋੜੀ ਜਿਹੀ ਬ੍ਰੇਕ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਸੀ ਲਾਈਵ, ਨੰਬਰ ਲਗਾਤਾਰ ਸਕਰੀਨ ਤੇ ਫਲੈਸ਼ ਹੋ ਰਹੇ ਨੇ ਤੇ ਮੁੱਦੇ ਵੀ ਕਈ ਅਹਿਮ ਲਏ ਹੋਏ ਨੇ ਕਿ ਹੁਣ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਬਾਰੇ, ਤੇ ਉਸ ਤੋਂ ਬਾਅਦ ਗੱਲ ਹੋਏਗੀ ਖੇਤੀਬਾੜੀ ਦੀ ਤੇ ਗੱਲ ਹੋਏਗੀ ਬਿਜਲੀ ਦੀ ਤੇ ਗੱਲ ਹੋਏਗੀ ਕਰੋਨਾ ਵਾਇਰਸ ਦੇ ਨਾਲ ਰਿਲੇਟਡ। ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜਾ ਮਰਹੂਮ ਮੁੱਖ ਮੰਤਰੀ ਨੇ ਬੇਅੰਤ ਸਿੰਘ, ਉਹਨਾਂ ਦਾ ਘਰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਨੇ। ਬੇਸ਼ੱਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਵੀ ਲਿਖੀ, ਬੇਨਤੀ ਵੀ ਕੀਤੀ ਕਿ ਕੋਠੀ ਖਾਲੀ ਨਾ ਕਰਾਈ ਜਾਵੇ, ਪਰ ਇਸ ਦੇ ਬਾਵਜੂਦ ਵੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਜਿਹੜੇ ਹੁਕਮ ਨੇ ਉਹ ਲਗਾਤਾਰ ਜਾਰੀ ਨੇ। ਢਿੱਲੋਂ ਸਾਹਿਬ, ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ, 1966 ਦੇ ਵਿੱਚ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਸੀ ਔਰ ਇਹ ਲੰਗੜਾ ਸੂਬਾ ਜਿਨ੍ਹਾਂ ਨੇ ਰੌਲਾ ਪਾਇਆ ਉਹਨਾਂ ਨੇ 5 ਵਾਰੀ ਮੁੱਖ ਮੰਤਰੀ ਸ਼ਪਥ ਲੈ ਲਈ, ਪਰ ਇਹਦਾ ਜਿਹੜਾ ਵਿਵਾਦ ਸੀ ਉਹ ਨਹੀਂ, ਹਾਲੇ ਵੀ ਉਹਦੇ ਉੱਤੇ ਇਹਨੂੰ ਕੇਂਦਰੀ ਸ਼ਾਸਿਤ ਪ੍ਰਸ਼ਾਸਿਤ ਕਿਹਾ ਜਾਂਦਾ ਹੈਗਾ, ਯੂਟੀ ਕਿਹਾ ਜਾਂਦਾ ਹੈ। ਅਜੇ ਵੀ ਉਹਦੇ ਉੱਤੇ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹ ਜਿਹੜੇ ਇਹਦੇ ਮੁੱਖ ਪ੍ਰਬੰਧਕ ਨੇ ਜੀ। ਸੋ ਇਸ ਦੇ ਉੱਤੇ ਜਦੋਂ ਕੁਰਸੀ ਦੇ ਉੱਤੇ ਬਹਿ ਜਾਂਦੇ ਨੇ, ਚੁੱਪ ਕਰਕੇ ਬਹਿ ਜਾਂਦੇ ਨੇ। ਇਹ ਸਾਬਕਾ ਮੁੱਖ ਮੰਤਰੀ ਮਹਿਰੂਮ ਸਰ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਕੀਤਾ ਗਿਆ ਸੀ, ਕਿਉਂਕਿ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਸਰਦਾਰਨੀ ਜਸਵੰਤ ਕੌਰ, ਉਹਨਾਂ ਨੂੰ ਕੈਬਨਿਟ ਦਾ ਦਰਜਾ ਦਿੱਤਾ ਗਿਆ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਸਰਕਾਰ ਦੇ ਵਿੱਚ। ਉਹਨਾਂ ਦਾ ਦੇਹਾਂਤ ਹੋ ਗਿਆ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪੁੱਤਰ ਨੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਉਹਨਾਂ ਦੇ ਨਾਂ ਤੇ ਅਲਾਟ ਕੀਤੀ ਗਈ ਸੀ। ਪਤਾ ਲੱਗਿਆ ਕਿ ਪਿਛਲੇ ਸਮੇਂ ਦੌਰਾਨ ਇਹ ਜਿਹੜੀ ਕੋਠੀ ਹੈ ਉਹਦੀ ਅਲਾਟਮੈਂਟ ਰੱਦ ਕਰਤੀ ਔਰ ਜਿਹੜਾ ਪੀਨਲ ਰੈਂਟ ਹੁੰਦਾ ਹੈਗਾ, ਭਾਵ ਬਾਜ਼ਾਰੀ ਕਿਰਾਇਆ ਹੈਗਾ ਜੋ ਮਾਰਕੀਟ ਦੇ ਵਿੱਚ ਕਿਰਾਇਆ ਚੱਲਦਾ ਨਿੱਜੀ, ਉਸ ਦੇ ਇਹ ਲਾਗੂ ਕਰ ਦਿੱਤਾ ਹੈਗਾ। ਮੁੱਖ ਮੰਤਰੀ ਨੇ ਇਸ ਸੰਬੰਧ ਦੇ ਵਿੱਚ ਚਿੱਠੀ ਵੀ ਲਿਖੀ ਹੈ। ਹੁਣ ਪਤਾ ਇਹ ਲੱਗਿਆ ਕਿ ਇਹ ਜਿਹੜੀ ਕੋਠੀ ਹੈ ਨਵੀਂ ਮੁੱਖ ਸਕੱਤਰ ਬੀਬੀ ਬਿੰਨੀ ਮਹਾਜਨ ਨੂੰ ਅਲਾਟ ਕਰ ਦਿੱਤੀ ਹੈ ਜੀ। ਬੜਾ ਹਾਸੋਹੀਣੀ ਗੱਲ ਪੈਦਾ ਹੁੰਦੀ ਹੈ ਕਿ ਬੀਬੀ ਬਿੰਨੀ ਮਹਾਜਨ ਤੇ ਪੰਜਾਬ ਪੁਲਿਸ ਮੁਖੀ ਇੱਕੋ
घर के 2 बंदे दोने हैड इस ते बहुत बड़े सवाल भी उठे ने। सुखपाल खैरा ने बहुत बड़े सवाल उठाए कि सिखां नूं खास कर KBS सिद्धू उन्होंने नज़रअंदाज करके कैप्टन अमरिंदर सिंह गैर सिख परिवारां नूं जिहड़ा हैगा ज़्यादा अगे लैके आंदे आ। मैं तो इस गल दे नाल नहीं कहता कि कोई सिख या गैर सिख या जात के आधार पर होना चाहिए, होना योग्यता के आधार पर चाहिए तो सनियारता दे। कहा यह जा रहा कि KBS सिद्धू 1 नंबर पर सी, उन्होंने नज़रअंदाज करके 6वें स्थान तो इन्हों बनाया गया। उस वेले फिर जी ब्यूरोक्रेसी कोई भी है, जदों तुसी किसी की सनियारता नूं नज़रअंदाज करोगे, जिवें पहला पंजाब पुलिस मुखी की नियुक्ति वेले भी मुहम्मद मुस्तफा होरी को अदालतां च गए हुए ने, इस तरह ये भी कोई जा सकता है, ये पैदा हो जानी है। जे इत्थों तुसी देखो कि जिहड़ी ब्यूरोक्रेसी है वो कित्थों तक भारी हुई भी है, अफसरशाही लाल पीताशाही भारी हुई भी है। उन्होंने मतलब तेज प्रकाश होरां ने कहा कि सानूं तां पता नहीं, जे मुख्यमंत्री साहब ने चिट्ठी लिखी है उन्होंने भी कोई अहमियत नहीं दी गई। मुख्यमंत्री साहब नूं चाहिदा सी कि केंद्र के गृह मंत्रालय नाल गल करके ये मसले नूं सिरे लाया जांदा, पर इन्ने दिनों तो विचे लटकाया होया है। एक पासे पंजाब के मुख्यमंत्री साहब इन्हां शहीदां दे परिवारां नूं गल करदे ने कि तुसीं जदों मर्जी मेरे नाल कॉल करके गल कर लिओ। मुख्यमंत्री साहब नूं पहलां ये पुछ लो भी कदे किसी मंत्री नूं तुसीं दिता, MLA थोड़े कह रहे हैं कि मतलब सानू मिलन का समा नहीं, सानू साडी गल सुनने का समा नहीं, तो आम लोग बेचारा कौन उत्थे जाके उन्होंने नाल गल कर सकेगा। ये कहण दीआं गल्लां ने, राजनीतिक गल्लां नेगीआं। सो इस मसले नूं पंजाब के मुख्यमंत्री नूं जे केंद्र सरकार नाल गल करनी पवे तो सुलझाई जानी चाहिए है। स्वर्गवासी सरदार बेअंत सिंह दी पंजाब नूं दे मामले दे विच देखो उन्होंने ड्यूरिंग मुख्यमंत्री अपना बलिदान दिता जां उन्हां दी जिहड़ी है देहांत होया हैगा, इस इशू दे विच विस्तार च ना जाइए क्योंकि बहुत सारे उन्हां दे हक च ने, बहुत सारियां जथेबंदियां ने जिहड़ियां उन्हां दे विरोध च ने, वो उन्हां नूं खाड़कुआं दे जां उन्हां दे कहंदे आपां ना जाइए। ये आपां इसे गल ते सीमित रहीए कि जे ये अलाटमेंट रद्द कीती है तो मुख्यमंत्री नूं इस मामले दे विच केंद्र सरकार दे नाल गलबात करके इहनूं सिरे निपटा लेना चाहिए। जी कॉलर ने काफ़ी लंबे समय तो साडे नाल जुड़े हुए ने, असीं उन्हां नाल भी गलबात कर लईए। सत श्री अकाल जी, स्वागत है जी तुहाडा। सत श्री अकाल जी। जी सत श्री अकाल जी, की कहना मेरी रिक्वेस्ट है तुहाडे अगे जी कि जिन्नियां भी साडियां जंगां होईयां ने पाकिस्तान ते चाइना नाल, हमेशा साडे मुंडे ही गरीबां दे उत्थे बार्डर ते मरदे ने, कदी भी किसी सियासतदान दा मुंडा ते कदी मरिया ही नहीं। ते ये साडे सियासतदानां दे ना भी असीं इंडिया नूं आज़ादी दवाई सी नॉन वायलेंस नाल, ते नॉन वायलेंस नाल ये चाइना ते पाकिस्तान को अपने इलाके क्यों नहीं वापस लै लेंदे। ते ये नॉन वायलेंस लई चाहिदा है कि मोदी साहब सारे सियासतदानां नूं नाल लैके उन्हां दे सियासतदानां दे मुंडे भी नाल जाण बार्डर ते नॉन वायलेंस नाल पाकिस्तानी ट्रुप्स ते चाइनीज़ ट्रुप्स दा मुकाबला करन ते अपने इलाके खाली खिलावन। जे हिंदुस्तान आज़ाद हो सकदा है नॉन वायलेंस नाल, ते असीं अपने इलाके नहीं नॉन वायलेंस नाल लै सकदे हुण। जी बहुत बहुत जी ये मैं तुहाडी ये रिक्वेस्ट सी मेरी तुहाडे अगे। जी 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 बहुत बहुत धन्यवाद। जिहड़ी गल इन्हां ने कीती मैं पहला कह चुकिया सारा भी जिहड़े आम लोगों के वो कोई राष्ट्रवाद करके नहीं जाते, बेरोजगारी है, उन्हां दीआं स्थितियां बहुत माड़ियां हैगियां ने। मतलब घरां दे विच 3-3 भैणां ने, बहुत माड़ी स्थिति दे विचों गुजरदे आ, इस करके जिहड़े आम घरां दे लोग आ वो सरहदां दे उत्ते जांदे आ। पर आपां जिन्ने भी शहीद ये सिंह अपना सॉरी फौजी साडे शहीद होए ने, उन्हां दी कुर्बानी नूं असीं इस मंच दे उत्तों श्रद्धांजलि दिंदे आ और अपना सिर झुका के उन्हां नूं नमन करदे आ कि परमात्मा उन्हां नूं अपने चरनां 'च निवास बख्शे, परिवारां नूं हौसला रखे। सरकारां ने हुण कुछ जिहड़ी राशि है वो 12 लाख तो वधा के पंजाब दे विच 50 लाख कीती है ते एक परिवार नूं नौकरी देण दा जिहड़ा ऐलान कीता है, ਇਹਦੇ ਨਾਲ ਧਰਵਾਸ ਦਿੱਤਾ ਜਾ ਸਕਦਾ ਹੈ। पर ਜਿਹੜੇ परिवार का फौजी वीर शहीद हो गया वो वापस नहीं लिया जा सकता। उस साडी भैन दे उत्ते देखो जिन्हां दे पति सी, कईयां दे 1.5 साल के ब्याह होए ने, उन्हां अगे पहाड़ जिद्दी जिंदगी है कि वो किस तरह गुजारा करनगियां। ਜਦੋਂ ਕਿਸੇ ਦੇ ਘਰ ਚੋਂ ਪਰਿਵਾਰ ਮੈਂਬਰ ਜਾਂਦਾ ਹੈ, ਬਾਹਰ ਬੈਠਿਆਂ ਨੂੰ ਪਤਾ ਨਹੀਂ ਲੱਗਦਾ, ਦੂਜੇ ਦੇ ਘਰੇ ਲੱਗੀ ਬਸੰਤਰ ਹੁੰਦੀ ਹੈ, ਜਦੋਂ ਆਪਦੇ ਘਰ ਲੱਗਦੀ ਹੈ ਫਿਰ ਅੱਗ ਪਤਾ ਲੱਗਦਾ ਹੈ। ਸੋ ਅਸੀਂ ਇਹਨਾਂ ਫੌਜੀ ਵੀਰਾਂ ਨੂੰ ਸ਼ਰਧਾਂਜਲੀ ਪ੍ਰਗਟ ਕਰਦੇ ਹਾਂ। ਸੋ
ਅਗਲੀ ਗੱਲ ਦੱਸੋ ਤੁਸੀਂ ਹੁਣ। ਜੀ ਤੇ ਵੈਸੇ ਉਹੀ ਗੱਲ ਕਿ ਇਹੋ ਜਿਹੀਆਂ ਸ਼ਹਾਦਤਾਂ ਨੂੰ ਦੇਖ ਕੇ ਮਨ ਜਿਹੜਾ ਹੈਗਾ ਬੜਾ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਸਾਡੇ ਇੱਦਾਂ ਜਵਾਨ ਜਿਹੜੇ ਪੁੱਤ ਨੇ ਮਾਵਾਂ ਤੇ ਉਹ ਇੱਦਾਂ ਹੀ ਰਾਜਨੀਤੀਆਂ ਦੀ ਭੇਟ ਹੈ ਜਿਹੜੇ ਉਹ ਚੜ ਰਹੇ ਨੇ। ਕਾਲਰ ਨੇ ਜਿਹੜੇ ਹੋਰ ਸਾਡੇ ਨਾਲ ਜੁੜੇ ਨੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ ਭਾਈ ਜਾਨ। ਗੁਰਜਿੰਦਰ ਬੋਲਣਾ, ਤੁਹਾਡਾ ਰੈਗੂਲਰ ਕਰਨਾ। ਘੱਟੋ ਘੱਟ ਮੈਨੂੰ ਵੀ 15 ਮਿੰਟ ਹੋ ਗਏ, 20 ਮਿੰਟ ਕਾਲ ਤੇ ਧਿਆਨ ਰੱਖਿਆ ਕਰੋ ਸਰ। ਤੁਹਾਡੇ MCR ਨੂੰ ਬੇਨਤੀ ਆ, ਅੱਜ ਮੈਂ ਤਾਂ ਕੋਈ ਇਹੀ ਗੱਲ ਨਹੀਂ ਕਰਨੀ ਚਾਹੁੰਦਾ, ਗੱਲਾਂ ਤਾਂ ਬਹੁਤ ਅਹਿਮ ਕਰਨੀਆਂ, ਪੜ੍ਹਿਆ ਲਿਖਿਆ ਬੰਦਾ ਸਰ ਮੈਂ। ਬਸ ਇਹੀ ਬੇਨਤੀ ਹੈ, ਕਾਲ ਲੈ ਲਿਆ ਕਰੋ। ਮੈਨੂੰ 15-20 ਮਿੰਟ ਹੋਏ ਘੱਟੋ ਘੱਟ। ਤੁਹਾਡੇ ਨਾਲ ਮਿੱਠਾ ਲਾਂਭਾ ਆਪਦੇ ਤੇ ਜ਼ੋਰ ਹੁੰਦਾ ਜੀ। ਅੱਜ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਰੋਜ਼ ਹੋ ਜਾਓ। ਓਕੇ। ਤੇ ਕਈ ਕਾਲਰ ਨੇ ਜਿਹੜੇ ਸਾਡੇ ਨਾਰਾਜ਼ ਵੀ ਹੋ ਜਾਂਦੇ ਨੇ। ਕੀ ਕਰੀਏ ਕਿ ਸਮਾਂ ਸਾਡੇ ਕੋਲ ਘੱਟ ਹੁੰਦਾ ਤੇ ਸਾਰੇ ਕਾਲਰਸ ਦੀ ਗੱਲਬਾਤ ਸੁਣਨੀ ਹੁੰਦੀ ਆ। ਸੋ ਮੈਨੂੰ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਬਹੁਤ ਸਾਰੀਆਂ ਕਾਲਸ ਨੇ ਜਿਹੜੀਆਂ ਪੈਂਡਿੰਗ ਦੇ ਵਿੱਚ ਪਈਆਂ ਨੇ ਤੇ ਰਜਿੰਦਰ ਸਿੰਘ ਦੀ ਕਾਲ ਦੇ ਨਾਲ ਹੀ 7 ਕਾਲ ਹੋਰ ਨੇ ਜਿਹੜੀਆਂ ਆਪਾਂ ਲਗਾਤਾਰ ਲਈਆਂ ਨੇ। ਤਾਂ ਇਹਦੇ ਵਿੱਚ ਇਹ ਹੁੰਦਾ ਸੀ ਕਿ ਜਿਹੜੀਆਂ ਮੁੱਦੇ ਨੇ ਸਾਡੇ ਲਈ ਉਹ ਵੀ ਲੈਣੇ ਜ਼ਰੂਰੀ ਬਣਦੇ ਨੇ, ਕਿਉਂਕਿ ਉਹੀ ਮੁੱਦਿਆਂ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਹੁੰਦੀ ਹੈ। ਬਹੁਤ ਸਾਰੇ ਇੱਦਾਂ ਦੇ ਸਾਡੇ ਦਰਸ਼ਕ ਨੇ ਜਿਨ੍ਹਾਂ ਨੇ ਸਿਰਫ ਬੈਠ ਕੇ ਹੀ ਇਹ ਪ੍ਰੋਗਰਾਮ ਦੇਖਣਾ ਹੁੰਦਾ, ਸੁਣਨਾ ਹੁੰਦਾ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਕੁਝ ਨਵਾਂ ਪਤਾ ਲੱਗੇ। ਇਹ ਕਾਲਰ ਨੇ ਹੋਰ ਸਾਡੇ ਨਾਲ, ਇਸ ਤੋਂ ਪਹਿਲਾਂ ਕਿ ਗੁੱਸੇ ਹੋ ਕੇ ਮੁੜ ਜਾਣ, ਆਪਾਂ ਉਹਨਾਂ ਦੀ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਢਿੱਲੋਂ ਸਾਹਿਬ ਦੀ ਗੱਲ ਸੁਣ ਰਿਹਾ ਸੀਗਾ। ਮੈਂ ਕੈਨੇਡਾ ਤੋਂ ਬੋਲ ਰਿਹਾ। ਹਾਂਜੀ ਹਾਂਜੀ। ਗਲੋਬਲ ਪੰਜਾਬ ਤੇ ਹੈ ਨਾ ਜੀ, ਗਲੋਬਲ ਪੰਜਾਬ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ। ਉਹ ਬੇਅੰਤ ਸਿੰਘ ਦੀ ਗੱਲ ਕਰ ਰਹੇ ਸੀ ਜੀ। ਬੇਅੰਤ ਸਿੰਘ ਦੇ ਪਰਿਵਾਰ ਨੂੰ ਤਾਂ ਕੁਛ ਵੀ ਨਹੀਂ ਦੇਣਾ। ਨੇ ਪੰਜਾਬ ਦੇ ਕਿੰਨੇ ਹਿੱਤਾਂ ਦਾ, ਪੰਜਾਬ ਦੇ ਨੌਜਵਾਨਾਂ ਦਾ ਕਿੰਨਾ ਦਾ ਕਤਲ ਕੀਤਾ, ਉਹਨਾਂ ਨੂੰ ਕੀ ਹੱਕ ਹੈ? ਉਹਨਾਂ ਨੇ ਜੰਗ 'ਚ ਜਾ ਕੇ ਸ਼ਹੀਦੀ ਪਾਈ ਹੈ। ਉਹਨਾਂ ਦੇ ਪੋਤਿਆਂ ਨੇ ਦੇਖੋ ਕੀ ਕੁਛ ਕੀਤਾ, ਲੋਕਾਂ ਨਾਲ, ਕੁੜੀਆਂ ਨਾਲ ਬਲਾਤਕਾਰ ਕੀਤਾ। ਇਹੋ ਜਿਹਾ ਕਰਪਟ ਪਰਿਵਾਰ ਦੇ ਕਹੀ ਜਾਂਦੇ ਉਹਨਾਂ ਨੂੰ ਕੁਛ ਕਰਨਾ ਨਹੀਂ ਚਾਹੀਦਾ, ਉਹਨਾਂ ਨੂੰ ਪੰਜਾਬ 'ਚ ਹੀ ਰਹਿਣ ਦੇਣਾ ਚਾਹੀਦਾ। ਧੰਨਵਾਦ ਜੀ, ਤੁਸੀਂ ਆਪਣੀ ਗੱਲ ਹੈ ਜਿਹੜੀ ਉਹ ਰੱਖੀ। ਅਗਲੇ ਕਾਲਰ ਵੀ ਮੈਂ ਤਾਂ ਪਹਿਲੀ ਤੁਹਾਡੀ ਗੱਲ ਦੇ ਵਿੱਚ ਕਹਿ ਦਿੱਤਾ ਸੀ ਕਿ ਇਹ ਇੱਕ ਵੱਖਰੇ ਨੇ। ਅਸੀਂ ਤਾਂ ਉਹਨਾਂ ਦੇ ਘਰ ਦੇ ਅਲਾਟਮੈਂਟ ਦੀ ਰੱਦ ਕਰਨ ਦੀ ਗੱਲ ਕੀਤੀ ਹੈ, ਜਿਹੜੀ ਉਹਨਾਂ ਨੇ ਕੀਤੀ ਹੈ। ਇਹ ਸਰਕਾਰ ਨੇ ਦੇਖਣਾ ਕਿ ਉਹਨਾਂ ਨੂੰ ਨਿਯਮਾਂ ਮੁਤਾਬਕ ਦਿੱਤੀ ਜਾ ਸਕਦੀ ਹੈ ਕਿ ਨਹੀਂ ਦਿੱਤੀ ਜਾ ਸਕਦੀ। ਅਗਲੇ ਕਾਲਰ ਨਾਲ ਗੱਲ ਕਰਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਕਾਲ ਹੈ ਜਿਹੜੀ ਉਹ ਡ੍ਰੌਪ ਹੋ ਗਈ ਹੈ ਤੇ ਗੱਲਾਂ ਤਾਂ ਬਹੁਤ ਨੇ ਪਰ ਸਮਾਂ ਬਹੁਤ ਘੱਟ ਹੁੰਦਾ। ਸੋ ਜਿਹੜੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਨੇ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਰਫ਼ਤਾਰ ਫੜਦੇ ਜਾ ਰਹੇ ਨੇ। ਟੈਸਟ ਹੀ ਹੁਣ ਹੋਣੇ ਸ਼ੁਰੂ ਹੋਏ ਨੇ, ਇਹ ਵੀ ਇੱਕ ਗੱਲ ਲੈ ਸਕਦੇ ਆ, ਜਾਂ ਫਿਰ ਕਰੋਨਾ ਮਹਾਮਾਰੀ ਜਿਹੜੀ ਇੰਨੀ ਜ਼ਿਆਦਾ ਫੈਲ ਰਹੀ ਹੈ। ਇਸ ਲਈ ਸਾਰੇ ਜਿਹੜੇ ਆਪਣਾ ਧਿਆਨ ਰੱਖਿਆ ਕਰੋ ਕਿ ਇਸ ਵਕਤ ਦੁਨੀਆ ਦੀ ਜੇ ਗੱਲ ਕਰੀਏ ਤਾਂ 1 ਕਰੋੜ ਤੋਂ ਵੱਧ ਨੇ ਜਿਹੜੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਤੇ 5 ਲੱਖ ਤੋਂ ਵੱਧ ਜਿਹੜੀਆਂ ਮੌਤਾਂ ਹੋ ਗਈਆਂ ਨੇ। ਪੰਜਾਬ ਦੀ ਗੱਲ ਕਰੀਏ ਤਾਂ ਹਰ ਦਿਨ ਹਰ ਨਵੇਂ ਜ਼ਿਲ੍ਹੇ ਤੋਂ 12, 15, 18, 20 ਇੱਦਾਂ ਦੇ ਨਵੇਂ ਕੇਸ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ। ਤਾਂ ਢਿੱਲੋਂ ਸਾਹਿਬ, ਵਿਆਹ ਸ਼ਾਦੀਆਂ ਵੀ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ ਤੇ ਉੱਥੋਂ ਵੀ ਬਹੁਤ ਸਾਰੇ ਜਿਹੜੇ ਕੇਸ ਨੇ ਉਹ ਸਾਹਮਣੇ ਆ ਰਹੇ ਨੇ। ਤਾਂ ਮਤਲਬ ਲੋਕ ਬਿਲਕੁਲ ਹੈ ਜਿਹੜੇ ਸਮਝ ਹੀ ਨਹੀਂ ਰਹੇ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਜੇਕਰ ਪ੍ਰਸ਼ਾਸਨ ਕਹਿੰਦਾ, ਜੇਕਰ ਸਰਕਾਰ ਵਾਕਿਆ ਹੀ ਪੂਰੇ ਵਿਸ਼ਵ ਪੱਧਰ ਤੇ ਇਸ ਚੀਜ਼ ਨੂੰ ਵੇਖਿਆ ਜਾ ਰਿਹਾ, ਇਸ ਚੀਜ਼ ਨੂੰ ਖੰਗਾਲਿਆ ਜਾ ਰਿਹਾ ਕਿ ਇਹ ਵਾਇਰਸ ਹੈ, ਜਾਨਲੇਵਾ ਹੈ, ਤੁਹਾਨੂੰ ਨੁਕਸਾਨ ਪਹੁੰਚਾ ਸਕਦਾ, ਤੁਹਾਡੇ ਪੂਰੇ ਪਰਿਵਾਰ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਸਕਦਾ, ਪਰ ਫਿਰ ਵੀ ਜਿਹੜੇ ਲੋਕ ਹੈ ਉਹ ਸਮਝਣ ਨੂੰ ਤਿਆਰ ਨਹੀਂ। ਦੇਖੋ, ਜਿਸ ਤਰ੍ਹਾਂ ਤੁਸੀਂ ਖੁਦ ਗੱਲ ਕੀਤੀ ਹੈ ਕਿ ਜਿਹੜਾ ਵਿਸ਼ਵ ਪੱਧਰ ਦੇ ਵਿੱਚ ਇਹ ਜਿਹੜੀ ਗਿਣਤੀ ਹੈ 1 ਕਰੋੜ ਨੂੰ ਪਾਰ ਕਰ ਗਈ ਹੈ। 1 ਕਰੋੜ ਨੂੰ ਪਾਰ ਕਰਨਾ, ਔਰ ਭਾਰਤ ਦੇ ਵਿੱਚ ਵੀ ਜਦੋਂ ਤੋਂ ਤਾਲਾਬੰਦੀ ਅਸੀਂ ਖਤਮ ਕੀਤੀ ਹੈ, ਲਗਾਤਾਰ ਇਹਦੀ ਗਿਣਤੀ ਵੱਧਦੀ ਜਾ ਰਹੀ ਹੈ। ਜਦੋਂ ਤਾਲਾਬੰਦੀ ਸੀ ਉਸ ਵੇਲੇ ਮੈਨੂੰ ਇਉਂ ਲੱਗਦਾ ਹੈ ਕਿ ਸਾਡੀਆਂ ਤਾਲਮੇਲ ਦੀਆਂ ਜਿਹੜੀਆਂ ਕਮੀਆਂ ਨੇ ਉਹ ਸਾਰੇ ਥਾਵਾਂ ਤੇ ਉਜਾਗਰ ਹੋ ਰਹੀਆਂ ਨੇ। ਉਸ ਤਰ੍ਹਾਂ ਦਾ ਤਾਲਮੇਲ, ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੋਏ। ਦੂਜੀ ਗੱਲ ਕਿ ਸ਼ੁਰੂਆਤੀ ਦੌਰ ਦੇ ਵਿੱਚ ਜਾਂਚ ਵੀ ਘੱਟ ਸੀ, ਪਰਖਾਂ ਘੱਟ ਹੋ ਰਹੀਆਂ ਸੀ, ਉਹਨਾਂ ਦੇ ਟੈਸਟ ਉਸ ਹਿਸਾਬ ਨਹੀਂ ਹੋ ਰਹੇ ਸੀ। ਹੁਣ ਟੈਸਟਾਂ ਦੀ ਗਿਣਤੀ ਹਰ ਥਾਂ ਤੇ ਵੱਧ ਗਈ ਹੈ। ਜਦੋਂ ਆਪਾਂ ਕਿਸੇ ਚੀਜ਼ ਦੀ ਜਾਂਚ ਕਰਾਂਗੇ ਉਦੋਂ ਹੀ ਪਤਾ ਲੱਗੇਗਾ ਨਾ ਕਿ ਉਹਦੇ ਵਿੱਚ ਕਰੋਨਾ ਹੈ ਜਾਂ ਨਹੀਂ ਹੈ। ਇਹਦੇ ਨਾਲ ਇੱਕ ਆ ਜਿਹੜਾ ਜੈਪੁਰ ਦੀ ਖਬਰ ਛਪੀ ਅੱਜ ਕਿ ਉੱਥੇ ਇੱਕ ਸ਼ਾਹੀ ਪਰਿਵਾਰ ਦਾ ਵਿਆਹ ਹੋਇਆ, ਜਦੋਂ ਕਿ ਵਿਆਹ ਦੇ ਵਿੱਚ ਵੱਧ ਤੋਂ ਵੱਧ ਸਾਰਿਆਂ ਸਮੇਤ 50 ਬੰਦਿਆਂ ਨੂੰ ਇਜਾਜ਼ਤ ਦਿੱਤੀ ਗਈ ਹੈ। ਇਹ ਪਤਾ ਲੱਗਿਆ ਕਿ ਉੱਥੇ 250 ਬੰਦਾ ਉਸ ਬਰਾਤ ਦੇ ਵਿੱਚ ਆਇਆ, ਉਸ ਵਿਆਹ ਦੇ ਵਿੱਚ ਆਇਆ। ਉਹ 250 ਬੰਦਾ ਜਦੋਂ ਉਸ ਵਿਆਹ ਦੇ ਵਿੱਚ ਆਇਆ ਤਾਂ ਲਾੜੇ ਸਮੇਤ ਕਹਿੰਦੇ 15 ਨੂੰ ਕਰੋਨਾ ਹੋਇਆ। ਬਾਅਦ ਦੇ ਵਿੱਚ ਪ੍ਰਸ਼ਾਸਨ ਨੇ ਜਾ ਕੇ ਉੱਥੇ ਕਾਰਵਾਈ ਕੀਤੀ ਤੇ 6,26,000 ਰੁਪਏ ਦਾ ਜੁਰਮਾਨਾ ਉਹਨਾਂ ਨੂੰ ਕੀਤਾ ਗਿਆ। ਇਹ ਜੁਰਮਾਨਾ ਬਾਅਦ ਦੇ ਵਿੱਚ ਹੋਇਆ, ਪਹਿਲਾਂ ਕਿਉਂ ਨਹੀਂ ਰੋਕਿਆ ਗਿਆ? ਇਸ ਮਾਮਲੇ ਦੇ ਵਿੱਚ ਕੱਲਾ ਜੁਰਮਾਨਾ ਨਹੀਂ, ਜਿਨ੍ਹਾਂ ਨੇ ਐਡੀ ਵੱਡੀ ਉਲੰਘਣਾ ਕੀਤੀ ਹੈ ਤੇ 15 ਬੰਦੇ ਉੱਥੇ ਕਰੋਨਾ ਪੋਜ਼ਿਟਿਵ ਆ ਗਿਆ। ਅਜੇ ਹੋਰਾਂ ਨੇ ਵੀ ਆਉਣੇ ਜਦੋਂ ਉਹਨਾਂ ਦੀ ਪਰਖ ਹੋਏਗੀ।
ਬਹੁਤ ਮਾੜੀ ਗੱਲ ਹੈ। ਸਾਨੂੰ ਇਤਿਹਾਤ ਵਰਤਣੇ ਚਾਹੀਦੇ ਹੈ। ਇਹ ਜਿਹੜੇ ਕੇਸਾਂ ਦੀ ਗਿਣਤੀ ਵੱਧ ਹੋਈ ਹੈ ਇਹਦੇ ਲਈ ਖੁਦ ਅਸੀਂ ਵੀ ਜ਼ਿੰਮੇਵਾਰ ਹਾਂ ਕਿ ਅਸੀਂ ਸਰਕਾਰ ਵੱਲੋਂ ਨਿਰਧਾਰਿਤ ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਮੈਂ ਹੁਣ ਸਵੇਰੇ ਆ ਰਿਹਾ ਸੀ, ਮੈਨੂੰ ਇੱਥੋਂ ਤੱਕ ਕੋਈ ਬੰਦਾ ਮਾਸਕ ਪਾ ਕੇ ਆਉਂਦਾ ਨਜ਼ਰ ਨਹੀਂ ਆਇਆ। ਕਈ ਸੈਰ ਤੇ ਹੈ, ਕਿ ਸਾਈਕਲ ਚਲਾ ਰਹੇ ਨੇ, ਕਿ ਭੱਜ ਰਹੇ ਨੇ, ਪਾਰਕਾਂ 'ਚ ਜਾ ਰਹੇ ਨੇ। ਹਾਲਾਂਕਿ ਥਾਂ ਥਾਂ ਤੇ ਪਾਰਕਾਂ ਦੇ ਵਿੱਚ ਲਿਖ ਕੇ ਲਾਇਆ ਜ਼ਿਲ੍ਹਾ ਮੈਜਿਸਟ੍ਰੇਟਾਂ ਦੇ ਹੁਕਮ ਨੇ, ਇਹਦੇ ਬਾਵਜੂਦ ਫਿਰ ਸਾਨੂੰ ਇਹੀ ਕਿਹਾ ਜਾਂਦਾ ਵੀ ਸਾਡੇ ਤੇ ਕਾਰਵਾਈ ਕਰੋ। ਪ੍ਰਸ਼ਾਸਨ ਜਦੋਂ ਕਾਰਵਾਈ ਕਰਦਾ, ਜਦੋਂ ਮਤਲਬ ਸਖਤੀ ਹੁੰਦੀ ਹੈ, ਫਿਰ ਅਸੀਂ ਚੀਕਾਂ ਮਾਰਦੇ ਹਾਂ। ਆਪਣਾ ਫਰਜ਼ ਇੱਕ ਉਂਗਲ ਜਦੋਂ ਦੂਜੇ ਪਾਸੇ ਨੂੰ ਕਰਦੇ ਹਾਂ, ਜਿਹੜੀਆਂ 3 ਉਂਗਲਾਂ ਸਾਡੇ ਵਾਲੇ ਪਾਸੇ ਨੂੰ ਨੇ ਉਹਨਾਂ ਨੂੰ ਦੇਖਣ ਦਾ ਅਸੀਂ ਯਤਨ ਨਹੀਂ ਕਰਦੇ। ਜੇ ਅਸੀਂ ਇਤਿਹਾਤ ਨਾ ਵਰਤਿਆ ਤਾਂ ਅੱਜ 1 ਕਰੋੜ ਹੈ, 1 ਮਹੀਨੇ ਬਾਅਦ ਇਹੀ ਗਿਣਤੀ 2 ਕਰੋੜ ਹੋਵੇਗੀ। ਇਸ ਤੇ ਕਾਬੂ ਪਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਫਰਜ਼, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ, ਇਸ ਕਰਕੇ ਕਿ ਤਾਂ ਕਿ ਅਸੀਂ ਇਸ ਨੂੰ ਜਲਦੀ ਤੰਦਰੁਸਤ ਹੋ ਕੇ ਮੁੜ ਪੈਰਾਂ ਸਿਰ ਖੜੇ ਹੋ ਸਕੀਏ ਜੀ। ਤੇ ਜਾਂਦੇ ਜਾਂਦੇ ਆਪਾਂ ਇੱਕ ਜਿਹੜਾ ਹੋਰ ਟੌਪਿਕ ਹੈ ਉਹ ਵੀ ਆਪਾਂ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਕਿ ਮਜ਼ਦੂਰਾਂ ਦੀ ਜਿਹੜੀ ਘਾਟ ਆ ਉਹ ਹੋਣ ਦੇ ਬਾਵਜੂਦ ਵੀ ਝੋਨੇ ਦੀ ਲਵਾਈ ਹੈ ਜਿਹੜੀ ਬਹੁਤ ਵਧੀਆ ਹੋਈ। ਭਾਵੇਂ ਕਿ ਪਿੰਡ ਪੱਧਰ ਦੀ ਗੱਲ ਕਰੀਏ ਤਾਂ ਸਭ ਨੇ ਰਲ ਮਿਲ ਕੇ ਝੋਨਾ ਲਾ ਲਿਆ, ਖਿਡਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਆਪਣਾ ਸਾਥ ਦਿੱਤਾ, ਔਰਤਾਂ ਮਰਦ ਸਭ ਨੇ ਇਕੱਠੇ ਹੋ ਕੇ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਝੋਨਾ ਲਾਇਆ। ਢਿੱਲੋਂ ਸਾਹਿਬ, ਤੁਸੀਂ ਇਸ ਬਾਬਤ ਕੀ ਕਹੋਗੇ? ਇਸ ਵਾਰ ਜਦੋਂ ਇਹ ਕਰੋਨਾ ਮਹਾਮਾਰੀ ਆਈ ਹੈ, ਜੂਨ ਦਾ ਮਹੀਨਾ ਝੋਨੇ ਦੀ ਲਵਾਈ ਦਾ ਹੁੰਦਾ ਹੈ। ਇਹਦੇ ਵਿੱਚ ਜਿੱਥੇ ਰਵਾਇਤੀ ਲਵਾਈ ਲੱਗੀ ਹੈ ਉੱਥੇ ਸਿੱਧੀ ਬਿਜਾਈ ਨਾਲ ਵੀ ਝੋਨਾ ਬੀਜਿਆ ਗਿਆ ਹੈ। ਅਸੀਂ ਕਹਾਂਗੇ ਕਿ ਸਿੱਧੀ ਬਿਜਾਈ ਵਾਲਾ ਜਿਹੜਾ ਸਿਸਟਮ ਹੈ ਇਹ ਕਾਮਯਾਬ ਹੋਵੇ ਤਾਂ ਕਿ ਅਗਲੇ ਸਮੇਂ ਵਿੱਚ ਜਿਹੜੀ ਰਵਾਇਤੀ ਲਵਾਈ ਹੈ ਉਹਨੂੰ, ਕੱਲ੍ਹ ਪ੍ਰਧਾਨ ਮੰਤਰੀ ਨੇ ਵੀ ਇਸ ਦੀ ਗੱਲ ਕੀਤੀ ਹੈ ਕਿ ਇਸ ਵੇਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗਦਾ ਜਾ ਰਿਹਾ ਹੈ। ਅਸੀਂ ਪਾਣੀ ਬਚਾਉਣ ਵਾਸਤੇ ਕੋਈ ਯਤਨ ਨਹੀਂ ਕਰਦੇ। ਵਿੱਚੇ ਕਿਸਾਨ, ਵਿੱਚੇ ਜਿਹੜੀਆਂ ਸਾਡੀਆਂ ਸਿਵਲ ਸਰਵਿਸਿਜ਼ ਨੇ, ਸਥਾਨਕ ਸਰਕਾਰਾਂ ਵਿਭਾਗ ਨੇ, ਨਗਰ ਨਿਗਮਾਂ ਨੇ, ਨਗਰ ਕੌਂਸਲਾਂ ਨੇ, ਨਗਰ ਪੰਚਾਇਤਾਂ ਨੇ, ਟੂਟੀਆਂ ਦਾ ਪਾਣੀ ਲਗਾਤਾਰ ਜਾਈ ਜਾਂਦਾ, ਉਹ ਝੋਨੇ ਨਾਲੋਂ ਵੀ ਖਤਰਨਾਕ ਹੈ। ਇਸੇ ਤਰ੍ਹਾਂ ਗੱਡੀਆਂ ਧੋਣ ਵਾਸਤੇ ਪਾਈਪਾਂ ਖੁੱਲ੍ਹੀਆਂ ਛੱਡ ਦਿੱਤੀਆਂ ਜਾਂਦੀਆਂ ਨੇ ਤੇ ਗਲੀਆਂ ਦੇ ਵਿੱਚ ਪਾਣੀ ਜਾਈ ਜਾਂਦਾ। ਪਾਣੀ ਦੀ ਗੰਭੀਰਤਾ ਨੂੰ ਨਹੀਂ ਲਿਆ। ਜਿਹੜੀ ਤੁਸੀਂ ਗੱਲ ਕੀਤੀ ਕਿ ਮਜ਼ਦੂਰਾਂ ਦੀ ਘਾਟ ਹੋਈ, ਬਿਲਕੁਲ ਹੋਈ, ਪਰ ਇਸ ਦੇ ਵਿੱਚ ਸਾਡੇ ਸਿਸਟਮ ਨੂੰ ਵੀ ਉਜਾਗਰ ਕਰ ਦਿੱਤਾ। ਉਹ ਬੱਚੀਆਂ ਜਿਹੜੀਆਂ ਨੇ 골ਡ ਮੈਡਲ ਨੇ ਉਹ ਵੀ ਝੋਨਾ ਲਾਉਣ ਲਈ ਮਜਬੂਰ ਨੇ। ਇਹ ਸਾਡੇ ਦੇਸ਼ ਦੇ ਹੁਕਮਰਾਨ, ਦੇਸ਼ ਦੇ ਸਿਆਸਤਦਾਨ, ਦੇਸ਼ ਨੂੰ ਚਲਾਉਣ ਵਾਲੇ ਇਹ ਜਾ ਕਿੱਧਰ ਨੂੰ ਰਹੇ ਨੇ, ਕਰ ਕੀ ਰਹੇ ਨੇ? ਇਹਨਾਂ ਨੇ ਤੇਜ਼ੀ ਨਾਲ ਜਿਹੜੀ ਸਥਿਤੀ ਦੇ ਉੱਤੇ ਕਾਬੂ ਕਰਨ ਦੀ ਥਾਂ ਤੇ ਮਤਲਬ ਜਿਹਦੀ ਹੋਰਾਂ ਗੱਲਾਂ ਦੇ ਵਿੱਚ ਧਿਆਨ ਦਿੱਤਾ ਜਾ ਰਿਹਾ ਹੈਗਾ, ਭਾਵੇਂ ਖਿਡਾਰੀ ਹੈ ਭਾਵੇਂ ਕੋਈ ਹੋਰ ਹੈ, ਉਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਤੁਸੀਂ ਹੁਣ ਬਰਸਾਤੀ ਮੌਸਮ ਚੱਲ ਪਿਆ, ਪੰਜਾਬ ਦੇ ਵਿੱਚ ਕਿਸੇ ਨਦੀ ਨਾਲੇ ਦੀ ਸਫਾਈ ਨਹੀਂ ਹੋਈ। ਪਿਛਲੀ ਵਾਰੀ ਜਦੋਂ ਹੜ੍ਹ ਆਏ ਸੀ ਅਕਤੂਬਰ ਦੇ ਵਿੱਚ, ਬਹੁਤ ਕੁਝ ਐਲਾਨ ਕੀਤੇ ਸੀ ਉਦੋਂ ਕਿ ਅਸੀਂ ਆਹ ਕਰਾਂਗੇ, ਫਲਾਨਾ ਕਰਾਂਗੇ, ਢਿਮਕਾ ਕਰਾਂਗੇ। ਗੋੜੇ ਜੋ ਪੂਣੀ ਨਹੀਂ ਕੱਤੀ, ਕਿਤੇ ਕੋਈ ਮਾੜਾ ਮੋਟਾ ਹੋ ਗਿਆ ਹੋਵੇ ਤਾਂ ਕਹਿ ਨਹੀਂ ਸਕਦਾ। ਹੁਣ ਫਿਰ ਉਹੀ ਸਥਿਤੀ ਹੈ, ਨਦੀਆਂ ਦੇ ਵਿੱਚ ਗਾਰ ਭਰੀ ਖੜੀ ਹੈ, ਉਹਨਾਂ ਨੂੰ ਨਹੀਂ ਚੱਕਿਆ। ਇਸ ਕਰਕੇ ਜਿਹੜਾ ਪਾਣੀ ਹੈ ਇਸ ਵੇਲੇ ਬਹੁਤ ਵਡਮੁੱਲਾ। ਜੇ ਪਾਣੀ ਨਾ ਬਚਾਇਆ ਤਾਂ ਅਗਲੀਆਂ ਪੀੜ੍ਹੀਆਂ ਨੂੰ ਖਮਿਆਜਾ ਭੁਗਤਣਾ ਪਏਗਾ। ਫਿਰ ਉਹ ਕੋ ਕੇ ਕੋਸਣਗੇ ਸਾਨੂੰ ਕਿ ਅਸੀਂ ਉਹਨਾਂ ਵਾਸਤੇ ਇਸ ਸਥਿਤੀ ਤੇ ਲਿਜਾਣ ਲਈ ਮਜਬੂਰ ਕਰਤਾ। ਦੂਜੀ ਗੱਲ ਇਹਦੇ ਨਾਲ ਸੰਬੰਧਿਤ ਜਿੱਥੇ ਐਕਟੀ ਮਜ਼ਦੂਰਾਂ ਦੀ ਵੱਡੀ ਘਾਟ ਸਾਹਮਣੇ ਆਈ, ਮੈਂ ਕਹਿੰਦਾ ਮਜ਼ਦੂਰਾਂ ਦੀ ਘਾਟ ਸਾਹਮਣੇ ਨਹੀਂ ਆਈ, ਸਰਕਾਰਾਂ ਦੀ ਵਿਉਂਤਬੰਦੀ ਦੀ ਘਾਟ ਸਾਹਮਣੇ ਆਈ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਤੁਸੀਂ ਇੱਥੋਂ ਭਰ ਕੇ ਗੱਡੀਆਂ ਦੇ ਵਿੱਚ ਉਹਨਾਂ ਦੇ ਪਿਤਰੀ ਰਾਜਾਂ ਨੂੰ ਭੇਜ ਰਹੇ ਸੀ। ਜੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ, ਉਹਨਾਂ ਨੂੰ ਕਨਵਿੰਸ ਕੀਤਾ ਜਾਂਦਾ, ਉਹਨਾਂ ਨੂੰ ਗੱਲ ਉਹਨਾਂ ਦੀ ਮੰਨੀ ਜਾਂਦੀ, ਉਹਨਾਂ ਦੇ ਕਿਰਾਏ ਜਾਂ ਉਹਨਾਂ ਨੂੰ ਕੁਝ ਰਾਹਤ ਦਿੱਤੀ ਜਾਂਦੀ। ਜਿਹੜਾ 35 ਕਰੋੜ ਰੁਪਈਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੇ ਰਾਜਾਂ 'ਚ ਭੇਜਣ ਦੇ ਖਰਚ ਕਰ ਦਿੱਤਾ, ਉਹੀ 35 ਕਰੋੜ ਉਹਨਾਂ ਦੇ ਵਸੇਬੇ ਲਈ ਇੱਥੇ ਖਰਚ ਕਰ ਦਿੱਤਾ ਜਾਂਦਾ ਤਾਂ ਇਹ ਮਜ਼ਦੂਰ ਇੱਥੇ ਰੁਕ ਸਕਦੇ ਸੀ। ਭਾਵੇਂ ਸਾਰੇ ਨਾ ਰੁਕਦੇ, ਅੱਧੇ ਕੁ ਰੁਕ ਸਕਦੇ ਸੀਗੇ, ਰੁਕ ਕੇ ਜਾ ਸਕਦੇ ਸੀ। ਇੱਥੇ ਸਾਡੀ ਕਮੀਆਂ ਰਹੀਆਂ ਨੇ। ਜਿਵੇਂ ਹੁਣ ਝੋਨੇ ਦੀ ਲਵਾਈ ਤੇਜ਼ੀ ਨਾਲ ਵਧੀ ਹੈ, ਤੁਸੀਂ ਦੇਖਿਆ ਕਿ ਬਿਜਲੀ ਵੀ ਜਿਹੜੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ, ਬਿਜਲੀ ਦੀ ਖਪਤ ਵੱਧਦੀ ਜਾ ਰਹੀ ਹੈ। 12,000 ਮੈਗਾਵਾਟ ਨੂੰ ਇਸ ਵੇਲੇ ਬਿਜਲੀ ਪਾਰ ਕਰ ਗਈ ਹੈ। ਸਰਕਾਰੀ 2 ਨੇ, ਇੱਕ ਤਾਪ ਬਿਜਲੀ ਘਰ ਦਾ ਤਾਂ ਇਹਨਾਂ ਨੇ ਭੋਗ ਪਾਤਾ, ਦੂਜੇ ਦੀ ਤਿਆਰੀ ਕਰੀ ਬੈਠੇ ਨੇ। ਉਹਨਾਂ ਦੇ ਵੀ ਇਸ ਵੇਲੇ 6 ਤੇ 4 10 ਯੂਨਿਟਾਂ ਦੇ ਵਿੱਚੋਂ 8 ਜਾਂ 9 ਯੂਨਿਟ ਚਲਾਏ ਜਾ ਰਹੇ ਨੇ। ਲਹਿਰਾ ਬਾਬਤ ਤੇ ਰੋਪੜ ਦੇ ਜਿਹੜੇ ਨਿੱਜੀ ਤਾਪ ਬਿਜਲੀ ਘਰ ਨੇ ਉਹਨਾਂ ਦੇ
ਜਿਹੜੇ ਨੇ 5 3 ਤੋਂ 5 ਤੋਂ 7 ਯੂਨਿਟ ਹੈ ਜਿਹੜੇ ਉਹਨਾਂ ਦੇ ਵੀ ਚੱਲ ਰਹੇ ਨੇ, ਕਿਉਂਕਿ ਬਣਾਵਾਲੀ ਵਾਲੇ ਦੇ 3 ਨੇ, ਰਾਜਪੁਰਾ ਦੇ 2 ਨੇ ਅਤੇ ਜੀਵੀਕੇ ਜਿਹੜਾ ਗੋਇੰਦਵਾਲ ਸਾਹਿਬ ਹੈ ਉਹਦੇ ਵੀ 2 ਨੇ। ਇਸ ਕਰਕੇ 7 ਯੂਨਿਟ ਜਿਹੜੇ ਫੁੱਲ ਸਮਰੱਥਾ ਤੇ ਚਲਾਏ ਜਾ ਰਹੇ ਨੇ, ਕਿਉਂਕਿ ਉਹਨਾਂ ਨਾਲ ਐਗਰੀਮੈਂਟ ਹੋਏ ਹੋਏ ਨੇ, ਸਮਝੌਤੇ ਹੋਏ ਹੋਏ ਨੇ। ਉਹਨਾਂ ਸਮਝੌਤਿਆਂ ਦੇ ਮੁਤਾਬਕ ਉਹਨਾਂ ਤੋਂ ਬਿਜਲੀ ਅਸੀਂ ਲੈਣੀ ਹੈ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਨਾ ਆਇਆ, ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਪੈ ਗਿਆ, ਜਿਹਦੇ ਕਰਕੇ ਜਿਹੜੀ ਇਹ 12120 ਮੈਗਾਵਾਟ ਤੇ ਕੱਲ ਬਿਜਲੀ ਸੀ, ਅੱਜ ਬਾਜ਼ਾਰ ਖੁੱਲ ਜਾਣੇ ਆ, ਕੱਲ ਬਾਜ਼ਾਰ ਵੀ ਬੰਦ ਸੀ। ਇਹ ਅੱਜ ਸ਼ਾਮ ਤੱਕ ਬਿਜਲੀ ਦੀ ਜਿਹੜੀ ਮੰਗ ਹੈ ਉਹ 13000 ਦੇ ਲਗਭਗ ਪਹੁੰਚ ਜਾਣੀ ਹੈ। ਪਿਛਲੀ ਵਾਰੀ ਵੀ 13000 ਨੂੰ ਪਾਰ ਕਰ ਚੁੱਕੀ ਸੀ। ਜੇ ਬਰਸਾਤ ਆ ਗਈ ਤਾਂ ਸਮਝ ਆਏਗਾ, ਨਹੀਂ ਬਿਜਲੀ ਨਿਗਮ ਨੂੰ ਰਾਜ ਅੰਦਰ ਬਿਜਲੀ ਕੱਟ ਲਾਉਣ ਤੋਂ ਕੋਈ ਰੋਕਿਆ ਨਹੀਂ ਜਾ ਸਕਦਾ। ਰਾਤ ਵੀ ਬਿਜਲੀ ਘੱਟੋ ਘੱਟ 4-5 ਵਾਰੀ ਟ੍ਰਿਪ ਹੋਈ ਹੈ। ਉਹਦਾ ਮੁੱਖ ਕਾਰਨ ਇਹੀ ਹੈ ਕਿ ਬਿਜਲੀ ਦੀ ਮੰਗ ਵਧੀ ਹੋਈ ਹੈ ਜੀ। ਤੇ ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਤੇ ਬੀਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਕਹਿਣਾ ਤੁਹਾਡਾ ਅੱਜ ਦੇ ਮਾਮਲੇ ਤੇ? ਦੇਖੋ, ਮੈਂ ਜਿਹੜੀ ਕਰੋਨਾ ਦੀ ਗੱਲ ਹੋ ਰਹੀ ਸੀ ਨਾ, ਮੈਂ ਸਮਝਦਾ ਵੀ ਇਹਦੇ ਵਿੱਚ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਪਲਾਨਿੰਗ ਆ ਉਹ ਫੇਲ ਹੋਈ ਆ ਜੀ। ਗਵਰਨਮੈਂਟ ਆਫ ਇੰਡੀਆ ਨੇ ਇੱਕਦਮ ਲਾਕਡਾਊਨ ਤਾਂ ਕਰਤਾ, ਪਰ ਉਹ ਇਹ ਨਹੀਂ ਦੇਖ ਸਕੇ ਕਿ ਕਿੰਨਾ ਲੰਬਾ ਇਹ ਚੱਲੂਗਾ। ਉੱਥੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਖਾਣ ਪੀਣ ਦਾ ਕੀ ਇੰਤਜ਼ਾਮ ਹੋਊ, ਔਰ ਉਹਨਾਂ ਦੀ ਰਿਹਾਇਸ਼ ਦਾ ਕੀ ਇੰਤਜ਼ਾਮ ਹੋਊਗਾ। ਜਾਂ ਫੈਕਟਰੀਆਂ ਬੰਦ ਹੋ ਜਾਣਗੀਆਂ ਤਾਂ ਉਹਨਾਂ ਨੂੰ ਕੌਣ ਰੋਟੀ ਦੇਊਗਾ? ਬਿਹਤਰ ਇਹ ਸੀ ਕਿ ਇਹ ਉਹਨਾਂ ਨੂੰ ਪਹਿਲਾਂ ਅਨਾਉਂਸ ਕਰ ਦਿੰਦੇ ਕਿ ਭਾਈ ਅਸੀਂ ਅਗਲੇ 48 ਜਾਂ 72 ਘੰਟੇ ਜਾਂ 120 ਘੰਟੇ ਤੋਂ ਬਾਅਦ ਜਾਂ 4 ਜਾਂ 5 ਦਿਨ ਜਾਂ 7 ਦਿਨ ਤੋਂ ਬਾਅਦ ਲਾਕਡਾਊਨ ਕਰਨਾ, ਤੁਸੀਂ ਆਪੋ ਆਪਣੇ ਘਰ ਹੀ ਪਹੁੰਚ ਜਾਓ ਜੀ। ਉਹ ਉਸ ਵੇਲੇ ਸੇਫ ਸੀਗੇ, ਉਸ ਵੇਲੇ ਕਰੋਨਾ ਨਹੀਂ ਫੈਲਿਆ ਸੀ, ਉਹ ਘਰਾਂ 'ਚ ਪਹੁੰਚ ਜਾਂਦੇ, ਉਹ ਨਾ ਫੈਲਦਾ। ਜਿਸ ਵੇਲੇ ਕਰੋਨਾ ਹੋ ਗਿਆ ਲੋਕਾਂ ਨੂੰ, ਫਿਰ ਉਹਨਾਂ ਨੇ ਕਿਹਾ ਹੁਣ ਤੁਸੀਂ ਜਾਓ। ਫਿਰ ਉਹ ਜਾਣ ਦਾ ਕੋਈ ਇੰਤਜ਼ਾਮ ਨਹੀਂ ਸੀ, ਇਕੱਠੇ ਹੋ ਗਏ। ਉਹਦੇ ਨਾਲ ਮੈਂ ਸਮਝਦਾ ਜ਼ਿਆਦਾ ਫੈਲਿਆ। ਔਰ ਇੱਕ ਡਾਕਟਰ ਇੰਗਲੈਂਡ ਦੇ ਵਿੱਚ ਹੈਗਾ ਆਪਣਾ ਇੰਡੀਆ ਦਾ, ਉਹਨੇ ਇਹ ਭਵਿੱਖਬਾਣੀ ਕੀਤੀ ਸੀ 2 ਮਹੀਨੇ ਪਹਿਲਾਂ ਜੀ ਕਿ ਇੰਡੀਆ ਦੇ ਵਿੱਚ ਜੇ ਨਾ ਕੰਟਰੋਲ ਹੋਇਆ 2 ਲੱਖ ਬੰਦਾ ਮਰ ਸਕਦਾ ਇੰਡੀਆ 'ਚ। ਔਰ ਇਹ ਹਾਲਾਤ ਉਹੋ ਜਿਹੇ ਬਣਦੇ ਜਾ ਰਹੇ ਆ। ਹੁਣ ਤੱਕ ਕਈ ਸਾਡੇ ਮੀਡੀਆ ਪਰਸਨ ਵੀ ਮਖੌਲ ਉਡਾਉਂਦੇ ਰਹੇ ਆ ਕਿ ਐਵੇਂ ਲੋਕਾਂ ਨੂੰ ਡਰਾਇਆ ਜਾ ਰਿਹਾ ਜੀ, ਇਹ ਤਾਂ ਕਾਰਪੋਰੇਟ ਵਰਲਡ ਦਾ ਡਰਾਮਾ ਜੀ, ਇਹ ਤਾਂ ਫਲਾਨਾ ਜੀ, ਇਹ ਤਾਂ ਢਿਮਕਾ ਜੀ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਜਿਹੜਾ 5 ਲੱਖ ਬੰਦਾ ਮਰ ਗਿਆ, ਐਵੇਂ ਨਹੀਂ ਮਰ ਗਿਆ ਹੈਗਾ ਜੀ ਜੀ ਬਿਲਕੁਲ। ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ, ਬੜੀ ਸੀਰੀਅਸ ਗੱਲ ਆ। ਲੋਕਾਂ ਨੂੰ ਸਮਝਣਾ ਚਾਹੀਦਾ, ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਕਿ ਅਸੀਂ ਘਰੇ ਰਹੀਏ, ਬਿਨਾਂ ਕੰਮ ਤੋਂ ਬਾਹਰ ਨਾ ਨਿਕਲੀਏ ਜੀ। ਮੈਂ ਇਹੀ ਕਹਿਣਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਵੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਤੁਸੀਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਘੱਟ ਕਰ ਦਿਓ ਜੀ, ਫੋਨ ਤੇ ਹੀ ਗੱਲਬਾਤ ਕਰੋ। ਹੈਲੋ, ਹਾਂਜੀ ਤੁਹਾਡੀ ਕਾਲ ਲੱਗ ਗਈ ਹੈ ਜੀ। ਆਪਣੇ ਟੈਲੀਵਿਜ਼ਨ ਦੀ ਆਵਾਜ਼ ਆ ਜਿਹੜੀ ਉਹ ਘੱਟ ਕਰ ਦਿਓ। ਤੇ ਕਾਲ ਹੈ ਜਿਹੜੀ ਉਹ ਡ੍ਰੌਪ ਹੋ ਗਈ ਹੈ। ਕਿ ਵਾਰ-ਵਾਰ ਮੈਂ ਇਹੀ ਬੇਨਤੀ ਕਰਦੀ ਹੁੰਦੀ ਹਾਂ ਕਿ ਤੁਸੀਂ ਡਾਇਰੈਕਟ ਸਾਡੇ ਨਾਲ ਫੋਨ ਤੇ ਹੀ ਗੱਲਬਾਤ ਕਰਿਆ ਕਰੋ, ਕਿਉਂਕਿ ਟੈਲੀਵਿਜ਼ਨ ਦੀ ਆਵਾਜ਼ ਬਾਅਦ ਦੇ ਵਿੱਚ ਆਉਂਦੀ ਹੈ। ਸੋ ਢਿੱਲੋਂ ਸਾਹਿਬ, ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਸਮਾਂ ਆਪਣੇ ਕੋਲ ਜਿਸ ਤਰ੍ਹਾਂ ਸਾਡੇ ਇਹਨਾਂ ਕਾਲਰ ਸਾਹਿਬ ਨੇ ਕੀਤਾ ਗਾ, ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜੀਆਂ ਸਰਕਾਰਾਂ ਨੇ ਕੇਂਦਰ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਵੀ ਤਾਲਾਬੰਦੀ ਵਧਾਈ ਹੈ ਉਦੋਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਤਾਲਮੇਲ ਦੀ ਘਾਟ ਕਿਤੇ ਨਾ ਕਿਤੇ ਨਜ਼ਰ ਆਈ ਹੈ। ਭਾਵੇਂ ਦੂਸਰੇ ਮੁਲਕਾਂ ਦੇ ਮੁਕਾਬਲੇ ਸਾਡੇ ਇੱਥੇ ਕਾਫੀ ਕੁਝ ਠੀਕ ਰਿਹਾ ਹੈਗਾ। ਅਸੀਂ ਰਾਜਨੀਤੀ ਭਾਰੂ ਨਾ ਕਰੀਏ। ਇਸ ਮਹਾਮਾਰੀ ਦੇ ਵਿੱਚੋਂ ਭਾਰਤ ਨੂੰ ਦੂਜੇ ਦੇਸ਼ਾਂ ਵਾਂਗ ਸੁਰੱਖਿਅਤ ਬਾਹਰ ਕੱਢਣਾ, ਇੱਕ ਦੂਜੇ ਨਾਲ ਮਿਲ ਕੇ ਇਸ ਤੇ ਕੰਮ ਕਰਨਾ ਚਾਹੀਦਾ ਹੈ। ਜੇ ਬਿਨਾਂ ਮਤਲਬ ਤੋਂ ਸੜਕਾਂ ਤੇ ਧਮੱਚੜ ਨਹੀਂ ਪਾਉਣਾ ਚਾਹੀਦਾ। ਸਾਡੇ ਜਿਹੜੇ ਨੌਜਵਾਨ ਨੇ ਉਹ 3 ਚੜ੍ਹ ਕੇ ਮੋਟਰਸਾਈਕਲਾਂ ਤੇ ਤੁਰੇ ਫਿਰਦੇ ਆ, ਜਦੋਂ ਪੁਲਿਸ ਵਾਲੇ ਉਹਨਾਂ ਨੂੰ ਰੋਕਦੇ ਆ। ਇਹ ਬਹੁਤ ਖਤਰਨਾਕ ਬਿਮਾਰੀ ਹੈ। ਹਾਲੇ ਤੱਕ ਕੋਈ ਪੱਕਾ ਦਾਅਵਾ ਇਸ ਦਾ ਨਹੀਂ ਹੋਇਆ। ਇੱਕ ਮੈਂ ਕਹਾਂ ਕਿ ਕੱਲ ਇੱਕ ਕਾਲਰ ਨੇ ਗੱਲ ਕੀਤੀ ਸੀ ਕਿ ਰਾਮਦੇਵ ਨੂੰ ਬਵਾਸੀਰ ਹੋਈ ਵੀ ਹੈ। ਉਹ ਕਰੋਨਾ ਦੀ ਦਵਾਈ ਦਾ ਦਾਅਵਾ ਕਰੀ ਜਾਂਦਾ। ਹੁਣ ਮੈਂ ਦੱਸਾਂ ਕਿ ਰਾਮਦੇਵ ਤੇ ਉਹਦੇ ਇੱਕ ਹੋਰ ਬੰਦੇ ਤੇ ਪਰਚਾ ਦਰਜ ਹੋ ਗਿਆ ਕਿ ਤੂੰ ਲੋਕਾਂ ਨੂੰ ਗੁੰਮਰਾਹ ਕੀਤਾ ਹੈਗਾ। ਇਹ ਮਤਲਬ ਸ਼ੁਰੂ ਤੋਂ ਲੈ ਕੇ ਇੱਥੇ ਅਨਪੜ੍ਹ ਬੰਦੇ ਜਿੱਥੇ ਸਾਰਾ ਕੁਝ ਚਲਾਉਂਦੇ ਹੋਣ, ਉੱਥੇ ਪੜ੍ਹੇ ਲਿਖੇ ਬੰਦਿਆਂ ਦਾ ਜਿਹੜਾ ਫਰਕ ਤਾਂ ਜ਼ਮੀਨ ਅਸਮਾਨ ਦਾ ਹੁੰਦਾ ਹੈ। ਇੱਥੇ ਪਤਾ ਨਹੀਂ ਕੋਈ ਕਾਹਦੀ ਉਹ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ ਹੈ। ਕਿਸੇ ਜੋਤਸ਼ੀ ਨੇ ਅੱਜ ਤੱਕ ਨਹੀਂ ਦੱਸਿਆ ਕਿ ਕਰੋਨਾ ਕਦੋਂ ਤੱਕ ਜਾਵੇਗਾ। ਨਹੀਂ, ਜੋਤਸ਼ੀਆਂ ਨੇ ਇੱਥੇ ਅਖਬਾਰ ਭਰੇ ਹੁੰਦੇ ਸੀ, ਸਾਰੇ ਥਾਵਾਂ ਦੇ ਉੱਤੇ ਸੀ ਕਿ ਆਹ ਕਰ ਦਿਆਂਗੇ, ਅਸੀਂ ਭਵਿੱਖਬਾਣੀ ਦੱਸਦੇ ਹਾਂ। ਕਰੋਨਾ ਦੀ ਭਵਿੱਖਬਾਣੀ ਦੇ ਮਾਮਲੇ ਦੇ ਵਿੱਚ ਇਹ ਤਾਂ ਤੁਸੀਂ ਸਮਝ ਲਓ ਕਿ ਇਹਨਾਂ ਦੇ ਪੱਲੇ ਕੀ ਹੈਗਾ। ਇਹਨਾਂ ਦੇ ਪੱਲੇ ਕੱਖ ਨਹੀਂ। ਤੁਸੀਂ ਜਿਹੜੇ
ਵਿਸ਼ਵ ਪੱਧਰ ਦੇ ਉੱਤੇ ਇਤਿਹਾਤ ਵਰਤਣ ਨੂੰ ਕਿਹਾ ਗਿਆ, ਉਹ ਇਤਿਹਾਤ ਵਰਤੋ, ਬਿਨਾਂ ਮਤਲਬ ਤੋਂ ਘਰੋਂ ਬਾਹਰ ਨਾ ਨਿਕਲੀਏ। ਸਾਡਾ ਦੇਸ਼ ਮਜਬੂਰੀ ਹੈ, ਜਿਨ੍ਹਾਂ ਬੰਦਿਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕਮਾਉਣਾ ਉਹੀ ਸ਼ਾਮ ਨੂੰ ਖਾ ਲੈਣਾ, ਉਹ ਵਿਚਾਰੇ ਕਿੱਧਰ ਨੂੰ ਜਾਣਗੇ। ਸਰਕਾਰਾਂ ਉਹਨਾਂ ਤੱਕ, ਉਹਨਾਂ ਦੀ ਰਾਖੀ ਕਰਨ ਤੱਕ ਉਸ ਹੱਦ ਤੱਕ ਸਫਲ ਨਹੀਂ ਹੋਈਆਂ ਜਿਸ ਹੱਦ ਤੱਕ ਹੋਣਾ ਚਾਹੀਦਾ ਸੀ। ਚੰਗੀ ਗੱਲ ਇਹ ਹੈ ਕਿ ਜਿਵੇਂ ਬਾਬੇ ਨਾਨਕ ਨੇ 550 ਸਾਲ ਪਹਿਲਾਂ ਕਿਹਾ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਸਰਬੱਤ ਦਾ ਸੁੱਖ ਮੰਗਦੇ ਹਾਂ, ਸਰਬੱਤ ਦੀ ਕੁੱਲ ਜਿਹੜੀ ਹੈ ਕਿ ਵਿਸ਼ਵ ਪੱਧਰ ਦੇ ਉੱਤੇ ਸ਼ਾਂਤੀ ਹੋਵੇ, ਸਰਹੱਦਾਂ ਤੇ ਠਾਠੂ ਨਾ ਹੋਵੇ। ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੇ ਲੋਕ ਹਥਿਆਰ ਵੇਚ ਕੇ ਸਾਡੇ ਇੱਥੇ ਆ ਕਿੰਨੇ ਕਰੋੜਾਂ ਦੇ ਸਮਝੌਤੇ ਕੀਤੇ ਨੇ, ਉਹਨਾਂ ਦੀ ਥਾਂ ਦੇ ਉੱਤੇ ਜੇ ਗੱਲਬਾਤ ਰਾਹੀਂ, ਦਵੱਲੇ ਸੰਬੰਧਾਂ ਰਾਹੀਂ ਅਸੀਂ ਆਪਣੇ ਗੁਆਂਢੀ ਮੁਲਕਾਂ ਦੇ ਨਾਲ ਚੰਗੀ ਸਥਿਤੀ ਪੈਦਾ ਕਰ ਲਈਏ ਤਾਂ ਇਸ ਠਾਠੂ ਦੀ ਲੋੜ ਨਾ ਪਵੇ। ਉਹ ਮੁਲਕ ਦਾ ਜਿਹੜਾ 5 ਕਰੋੜ ਤੋਂ ਵੱਧ ਲੋਕ ਜਿਹੜੇ ਹੈ ਉਹ ਸੜਕਾਂ ਦੇ ਉੱਤੇ ਬਿਨਾਂ ਕੱਪੜਿਆਂ ਤੋਂ ਭੁੱਖੇ ਸੌਂਦੇ ਨੇ, ਉਹਨਾਂ ਬਾਰੇ ਕਦੇ ਸੋਚਣ ਦਾ ਯਤਨ ਕਰੀਏ। ਅਸੀਂ 24 ਘੰਟੇ ਮਤਲਬ ਉਹਨਾਂ ਲੋਕਾਂ ਦਾ ਨਾ ਸੋਚੀਏ ਜਿਹੜੇ ਧਨਾੜ ਨੇ, ਜਿਵੇਂ 60,000 ਕਰੋੜ ਤੋਂ ਵੱਧ ਲੋਕ ਹੈ ਜਿਹੜੇ ਉਹ ਪੈਸੇ ਲੈ ਕੇ ਚੰਦ ਪਰਿਵਾਰ ਵਿਦੇਸ਼ਾਂ ਦੇ ਵਿੱਚ ਬੈਠੇ ਹੈ, ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਵੱਟੇ ਖਾਤੇ ਪਾਤਾ। ਕਦੇ ਉਹਨਾਂ ਲੋਕਾਂ ਨੂੰ ਕੀੜੇ ਮਕੌੜੇ ਨਾ ਸਮਝੀਏ ਜਿਹੜੇ ਧਰਤੀ ਦੇ ਉੱਤੇ ਮਤਲਬ ਅਨਪੜ੍ਹ ਨੇ, ਭੁੱਖੇ ਸੌਂ ਰਹੇ ਨੇ, ਛੱਤ ਉਹਨਾਂ ਦੇ ਕੋਲ ਨਹੀਂ, ਉਹਨਾਂ ਦੇ ਵੱਲ ਵੀ ਕੁਝ ਸਵੱਲੀ ਨਜ਼ਰ ਜਿਹੜੀ ਸਾਡੇ ਹੁਕਮਰਾਨਾਂ ਦੀ ਉਸ ਪਾਸੇ ਵੱਲ ਵੀ ਜਾਣੀ ਚਾਹੀਦੀ ਹੈ। ਜੀ, ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਬਹੁਤ ਸਾਰੇ ਲੋਕ ਭਾਰਤ ਦੇ ਵਿੱਚ ਐਸੇ ਨੇ ਜਿਹੜੇ ਕਿ ਗਰੀਬੀ ਰੇਖਾ ਤੋਂ ਵੀ ਹੇਠਾਂ ਨੇ ਤੇ ਭੁੱਖੇ ਨੰਗੇ ਸੜਕਾਂ ਤੇ ਫਿਰਦੇ, ਸੜਕਾਂ ਤੇ ਸੌਂਦੇ ਹੋਏ ਵਿਚਾਰੇ ਦਿਖਾਈ ਦਿੰਦੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਹੈਗੇ ਨੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਕਰਜ਼ਾ, ਕਿ ਭਾਵੇਂ ਕਿ ਸਾਡੀਆਂ ਸਰਕਾਰਾਂ ਨੇ ਇਹ ਗੱਲ ਕਹਿਤਾ ਸੀ ਕਿ 3 ਮਹੀਨਿਆਂ ਤੱਕ ਕਿਸੇ ਨੂੰ ਕਰਜ਼ਾ ਭਰਨ ਦੀ ਜ਼ਰੂਰਤ ਨਹੀਂ ਪਏਗੀ, ਕੋਈ ਵੀ ਕਿਸ਼ਤ ਨਹੀਂ ਚੁਕਾਏਗਾ, ਪਰ ਸਾਡੀਆਂ ਜਿਹੜੀਆਂ ਬੈਂਕਾਂ ਨੇ ਲਗਾਤਾਰ ਮੈਸੇਜ, ਲਗਾਤਾਰ WhatsApp, ਲਗਾਤਾਰ ਜਿਹੜੇ ਮੈਸੇਜ ਹੈ ਲੋਕਾਂ ਨੂੰ ਆਉਂਦੇ ਰਹੇ, ਤਾਂ ਲੋਕਾਂ ਦੀਆਂ ਤਨਖਾਹਾਂ ਵੀ ਕੱਟੀਆਂ ਜਾਣ ਲੱਗੀਆਂ। ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰੁਜ਼ਗਾਰ ਵੀ ਨਹੀਂ ਮਿਲਿਆ, ਉਹਨਾਂ ਦਾ ਰੁਜ਼ਗਾਰ ਠੱਪ ਵੀ ਹੋ ਗਿਆ। ਪਰ ਜਿਹੜੇ ਬੈਂਕ ਨੇ ਉਹਨਾਂ ਦੇ ਗਲਾਂ ਤੇ ਦਾਤੀ ਫੇਰ ਵੀ ਧਰੀ ਰੱਖੀ ਕਿ ਮਜਬੂਰਨ ਉਹਨਾਂ ਨੂੰ ਵਿਆਜ ਤੇ ਪੈਸੇ ਲੈ ਲੈ ਕੇ ਆਪਣੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਭਰਨੀਆਂ ਪੈ ਰਹੀਆਂ ਨੇ। ਸੋ ਸਭ ਨੂੰ ਇਹੀ ਬੇਨਤੀ ਹੈ ਕਿ ਬਹੁਤ ਜ਼ਿਆਦਾ ਭਿਆਨਕ ਬਿਮਾਰੀ ਹੈ ਕਰੋਨਾ ਵਾਇਰਸ, ਜਿਸ ਲਈ ਅਸੀਂ ਬਿਲਕੁਲ ਕਰਜ਼ੇ ਲਈ ਕਰਜ਼ਾ ਲੈਣਾ ਪਿਆ। ਕਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਛੋਟੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਵੱਲ ਧਿਆਨ ਰੱਖੀਏ। ਹੱਥ ਬੰਨ੍ਹ ਕੇ ਸਭ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਭੀੜ ਭਾੜ ਵਾਲੀਆਂ ਥਾਵਾਂ ਤੇ ਨਾ ਜਾਓ, ਬਾਹਰ ਦਾ ਕੁਝ ਲੈ ਕੇ ਨਾ ਖਾਓ। ਜਦੋਂ ਇਹ ਹੈ ਕਿ ਬਿਲਕੁਲ ਨਹੀਂ ਸਰਦਾ, ਬਸ ਉਹਦੀ ਘਰੋਂ ਤੋਂ ਬਾਹਰ ਜਾਓ, ਕਿਉਂਕਿ ਤੁਹਾਡੀ ਜਾਨ, ਤੁਹਾਡੀ ਸੁਰੱਖਿਆ ਸਾਡੇ ਲਈ ਬਹੁਤ ਜ਼ਰੂਰੀ ਹੈ। ਤੁਸੀਂ ਸਾਡੇ ਲਈ ਬਹੁਤ ਅਹਿਮ ਹੋ, ਸੋ ਆਪਣਾ ਧਿਆਨ ਰੱਖਿਆ ਕਰੋ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮਿਲਾਂਗੇ ਆਪਾਂ ਅਗਲੇ ਹਫਤੇ ਦੁਬਾਰਾ ਤੋਂ ਕੁਝ ਖਾਸ ਮੁੱਦਿਆਂ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਤੇ ਟੈਲੋ ਸਾਹਿਬ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।